ਸਿੰਘੂ ਬਾਰਡਰ ਤੇ ਇਸ ਵੇਲੇ ਅਸੀਂ ਖੜੇ ਆ, ਪਿੱਛੇ ਕਿਸਾਨ ਅੰਦੋਲਨ ਦਾ ਜਿਹੜਾ ਹੈ ਸਟੇਜ ਲੱਗੀ ਹੋਈ ਹੈ, ਉੱਥੇ ਤਕਰੀਰਾਂ ਹੋ ਰਹੀਆਂ ਨੇ ਤੇ ਨਾਲ ਅਸੀਂ ਦਿਖਾਉਣਾ ਚਾਹੁੰਦੇ ਆ ਗੁਰੂ ਕਾ ਲੰਗਰ ਜਿਹੜਾ ਹੈ ਉਹ ਨਾਲ ਚੱਲ ਰਿਹਾ, ਲਗਾਤਾਰ ਚੱਲ ਰਿਹਾ ਹੈ, ਨਿਰੰਤਰ ਚੱਲ ਰਿਹਾ ਹੈ, ਹਰ ਕਿਸੇ ਲਈ ਚੱਲ ਰਿਹਾ ਹੈ। ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਿਸ ਤਰ੍ਹਾਂ ਦੇ ਨਾਲ ਇੱਥੇ ਲੰਗਰ ਜਿਹੜਾ ਹੈ ਲਗਾਤਾਰ ਵਰਤਾਇਆ ਜਾ ਰਿਹਾ ਹੈ ਔਰ ਸੇਵਾ ਕੀਤੀ ਜਾ ਰਹੀ ਹੈ। ਹਰ ਤਰ੍ਹਾਂ ਦੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ, ਚਾਹੇ ਉਹ ਕੋਈ ਵੀ ਹੋਵੇ, ਚਾਹੇ ਉਹ ਧਰਨੇ ਦੇ ਵਿੱਚ ਆਇਆ ਹੋਵੇ, ਚਾਹੇ ਇੱਥੋਂ ਦਾ ਲੋਕਲ ਸ਼ਖਸ ਹੋਵੇ, ਉਹ ਸਭ ਜਿਹੜੇ ਨੇ ਇੱਥੇ ਆ ਕੇ ਲੰਗਰ ਛਕ ਰਹੇ ਨੇ। ਇੱਥੇ ਹਰ ਕਿਸੇ ਨੂੰ ਜਿਹੜਾ ਹੈ ਫਾਇਦਾ ਮਿਲ ਰਿਹਾ। ਤੁਸੀਂ ਦੇਖ ਸਕਦੇ ਹੋ ਹਰ ਕੋਈ ਆ ਕੇ ਇੱਥੇ ਲੰਗਰ ਛਕ ਰਿਹਾ ਹੈ। ਇੱਥੋਂ ਦੀ ਜਿਹੜੀ ਹੈ ਸੇਵਾ ਉਹ ਸਭ ਦੇ ਲਈ ਹੈ, ਸਭ ਦੇ ਲਈ खुली है। भैया आप यहाँ पे लोकल हो, कौन हो? हाँ जी लोकल हैं? लोकल हूँ सर। अच्छा, आप यहाँ पे आते हैं, देखते रहते हैं आपके? जी 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 तो अक्सर ही आते रहते हैं आप? जी हम जी लोग बोडाड़ी पे काम करते हैं। अच्छा, बोडाड़ी पे काम करते हैं। बुराड़ी में काम करते हाँ यहीं पे विश्वा मिल पे काम करते हैं। हैं? अच्छा, तो यहाँ पे जैसे आप 15 दिन हो गए हैं, यहाँ पे लंगर मिल रहा है, सब हो रहा है। हम लोग शाम के छुट्टी होती है ना, तो आते हैं तो लंगर खाते हुए चले जाते हैं। अच्छा, तो कोई ये तो नहीं आपको कहता कि आप कोई किसानों के साथ नहीं हो, आप क्यों खा रहे हो, ऐसा कोई कुछ? नहीं ऐसा कुछ नहीं कह रहा। सारे कहते हैं जो खा लीजिए और चख लो, कहते हैं। अच्छा, सब इज्जत से खिलाते हैं। हाँ और खा लो। और कहते हैं और खा लो। और चख जी और कहते अच्छा, और खुला ले जाने भी हैं। देते और हैं? खुले जी कोई मना नहीं करता। मेरे बैग में अभी भी रखा हुआ है, अच्छा तो मैं लेकर के रखा हूँ। हाँ पानी का बोतल भी देते हैं। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਲੋਕ ਨੇ ਉਹ ਇੱਥੇ ਆਲੇ ਦੁਆਲੇ ਦੇ ਲੋਕਾਂ ਨੂੰ ਕੋਈ ਡਰ ਨੁਕਸਾਨ ਨਹੀਂ, ਸਗੋਂ ਉਹਨਾਂ ਨੂੰ ਫਾਇਦਾ ਹੋ ਰਿਹਾ, ਉਹਨਾਂ ਨੂੰ ਇੱਥੇ ਜਿਹੜਾ ਹੈ ਵਧੀਆ ਖਾਣ ਪੀਣ ਨੂੰ ਵੀ ਮਿਲ ਰਿਹਾ, ਲੰਗਰ ਮਿਲ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਹੋਰ ਤੁਹਾਨੂੰ ਦਿਖਾਉਣੇ ਚਾਹਾਂਗੇ। ਤੇ ਇੱਥੇ ਹਰ ਤਰ੍ਹਾਂ ਦੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇੱਥੇ ਤਾਂ ਸਗੋਂ ਇਹਨਾਂ ਲੋਕਾਂ ਦੇ ਲਈ, ਜਿਹੜੇ ਆਮ ਲੋਕ ਨੇ, ਇਹਨਾਂ ਲੋਕਾਂ ਦੇ ਲਈ ਤਾਂ ਸ਼ਾਇਦ ਇਹ ਇੱਕ ਜਿਹੜਾ ਹੈ ਇੱਕ ਮੇਲੇ ਦੀ ਤਰ੍ਹਾਂ ਉਹਨਾਂ ਦੇ ਲਈ ਹੋ ਗਿਆ। ਜਿਹੜੇ ਆਮ ਲੋਕ ਨੇ, ਜਿਨ੍ਹਾਂ ਨੂੰ ਸ਼ਾਇਦ ਇਸ ਕਿਸਾਨ ਅੰਦੋਲਨ ਬਾਰੇ ਪਤਾ ਵੀ ਨਹੀਂ ਹੈ, ਉਹ ਵੀ ਇੱਥੇ ਆ ਕੇ ਜਿਹੜੇ ਨੇ ਉਹ ਫਾਇਦਾ ਲੈ ਰਹੇ ਨੇ। बाबा जी आप यहीं पे के हैं, लोकल हैं, कौन है? नहीं जी हम तो दिल्ली से आया हूँ। दिल्ली से आए हो आप? और यहाँ पे या धरने में आए हो या वैसे ही आए हो? वैसे मैं आया हूँ। अच्छा, तो खाना यहाँ मिलता है, कोई रोकता नहीं है किसी तरह से? नहीं कुछ नहीं। आपको पहले कोई ऐसे मिले थे लोग के जो आके धरने दे रहे हो और खाना भी खिला रहे हो? नहीं कोई नहीं मिला। अच्छा, हाँ यहाँ पहला चांस है। हाँ ਆਪਾਂ ਇੱਥੇ ਲੰਗਰ ਲਗਾਤਾਰ ਵਰਤਾ ਰਹੇ ਹੋ। ਕਿੱਦਾਂ ਦੇ ਲੋਕ ਆਉਂਦੇ ਨੇ, ਕੌਣ ਆਉਂਦੇ ਨੇ, ਕਿਸ ਤਰ੍ਹਾਂ ਆਉਂਦੇ ਨੇ? ਸਾਰੇ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ, ਹਰ ਧਰਮ ਦੇ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਹਰ ਨੂੰ ਇੱਕੋ ਜਿਹਾ ਸਮਝਿਆ ਜਾਂਦਾ ਵਾ। ਜਿੱਦਾਂ ਦਾ ਲੰਗਰ ਸਿੱਖਾਂ ਨੂੰ, ਜੱਟਾਂ ਨੂੰ, ਸਾਰਿਆਂ ਨੂੰ ਇੱਕੋ ਜਿਹਾ ਮਿਲੂਗਾ। ਜਿਹੜੇ ਇੱਥੋਂ ਦੇ ਲੋਕਲ ਲੋਕ ਆ ਉਹ ਵੀ ਆ ਕੇ ਲੰਗਰ ਛਕਦੇ ਨੇ? ਰੋਜ਼ ਸਰ, ਡੇਲੀ, ਸਵੇਰੇ ਸ਼ਾਮ ਦੁਪਹਿਰੇ ਤਿੰਨੇ ਟਾਈਮ ਇੱਥੇ ਆਉਂਦੇ ਆ। ਠੀਕ ਹੈ, ਉਹਨਾਂ ਨਾਲ ਗੱਲ ਹੁੰਦੀ ਹੋਣੀ, ਉਹ ਕੀ ਕਹਿੰਦੇ, ਉਹਨਾਂ ਨੂੰ ਇੱਕ ਤਰ੍ਹਾਂ ਇਸ ਚੀਜ਼ ਨੂੰ ਤਾਂ ਉਹ ਤੁਹਾਡੇ ਨਾਲ ਗੱਲ ਕਰਦੇ ਹੋਣਗੇ, ਉਹ ਕਿੱਦਾਂ ਮਹਿਸੂਸ ਕਰਦੇ? ਸਰ ਉਹ ਵੀ ਹਮਾਰੇ ਸਾਥ ਦੇਣ ਡਿਆ ਪੂਰਾ ਹਮਾਰਾ, ਤੇ ਵੀ ਮੋਦੀ ਨੇ ਨੋ ਕੀਤਾ, ਗਲਤ ਕੀਤਾ ਵਾ, ਵੀ ਤੂੰ ਸਹੀ ਕਾਂਡੇ ਦੇ ਪੂਰਾ ਨਾਲ ਆਓ, ਸਾਥ ਦਿੰਦੇ ਆ। ਤਾਂ ਇਹ ਉਹਨਾਂ ਲੋਕਾਂ ਦੇ ਲਈ ਜਿਹੜਾ ਜਵਾਬ ਹੈ, ਜਿਹੜੇ ਲੋਕ ਇੱਥੇ ਕਿਤੇ ਨਾ ਕਿਤੇ ਇਸ ਨੂੰ ਧਾਰਮਿਕ ਰੰਗਤ ਜਾਂ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਤੇ ਸੇਵਾ ਚੱਲ ਰਹੀ ਹੈ, ਸਭ ਦੇ ਲਈ ਚੱਲ ਰਹੀ। ਦੇਖੋ ਨਿੱਕੇ ਬੱਚੇ ਜਿਹੜੇ ਨੇ ਉਹ ਇੱਥੇ ਆਉਂਦੇ ਨੇ ਅਤੇ ਇੱਥੋਂ ਖਾ ਕੇ ਜਾਂਦੇ ਨੇ, ਖੁਸ਼ ਹੋ ਕੇ ਜਾਂਦੇ ਨੇ, ਬਜ਼ੁਰਗ ਆਉਂਦੇ ਨੇ, ਹਰ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਨੇ ਤੇ ਇਹ ਸੇਵਾ ਜਿਹੜੀ ਇਸੇ ਤਰ੍ਹਾਂ ਇੱਥੇ ਨਿਰੰਤਰ ਚੱਲਦੀ ਰਹੇਗੀ ਜਦ ਤੱਕ ਇਹ ਧਰਨਾ ਰਹੇਗਾ। ਸੇਵਾ ਸਭ ਦੇ ਲਈ ਜਿਹੜੀ ਇਸੇ ਤਰ੍ਹਾਂ ਚੱਲਦੀ ਰਹੇਗੀ। ਜੋਸ਼ੀਲੇ ਨਾਰੇ, ਤਖਤੀਆਂ, ਬੈਨਰ ਕਿਸੇ ਵੀ ਅੰਦੋਲਨ ਦੇ ਵਿੱਚ ਨਵੀਂ ਰੂਹ ਫੂਕਦੇ ਨੇ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਸਿੰਘੂ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਔਰ ਇਸ ਅੰਦੋਲਨ ਦੇ ਵਿੱਚ ਇੱਕ ਹੋਰ ਰੂਹ ਫੂਕਣ ਦਾ ਕੰਮ ਕਰ ਰਹੇ ਨੇ ਇੱਥੇ ਬੈਠੇ ਕਲਾਕਾਰ, ਜਿਹੜੇ ਵੱਖ-ਵੱਖ ਤਰ੍ਹਾਂ ਦੇ ਨਾਅਰੇ, ਵੱਖ-ਵੱਖ ਤਰ੍ਹਾਂ ਦੇ ਸਲੋਗਨ ਲਿਖ ਕੇ ਇੱਥੇ ਨੌਜਵਾਨਾਂ ਨੂੰ ਦੇ ਰਹੇ ਨੇ। ਤੁਸੀਂ ਪਿੱਛੇ ਤਸਵੀਰ ਦੇ ਵਿੱਚ ਵੇਖ ਸਕਦੇ ਹੋ ਕਿ ਇੱਕ ਰੱਸੀ ਉੱਤੇ ਵੱਖ-ਵੱਖ ਜਿਹੜੇ ਨਾਅਰੇ ਨੇ, ਵੱਖ-ਵੱਖ ਸਲੋਗਨ ਜਿਹੜੇ ਨੇ ਉਹ ਹਿੰਦੀ ਔਰ ਪੰਜਾਬੀ ਦੇ ਵਿੱਚ ਲਿਖ ਕੇ ਇੱਥੇ ਟੰਗੇ ਜਾ ਰਹੇ ਨੇ। ਮਕਸਦ ਕੀ ਹੈ ਕਿ ਜਿਹੜੇ ਇੱਥੇ ਨੌਜਵਾਨ ਪਹੁੰਚ ਰਹੇ ਨੇ ਉਹਨਾਂ ਨੂੰ ਹੱਕਾਂ ਦੇ ਪ੍ਰਤੀ ਲਾਮਬੰਦ ਕਰਨਾ, ਹੱਕਾਂ ਦੇ ਪ੍ਰਤੀ ਜਾਗਰੂਕ ਕਰਨਾ, ਇਸ ਕੰਮ ਦੇ ਵਿੱਚ ਨੌਜਵਾਨ ਜਿਹੜੇ ਨੇ ਪੰਜਾਬ ਔਰ ਹਰਿਆਣੇ ਦੇ ਇੱਥੇ ਪਿਛਲੇ ਕਈ ਦਿਨਾਂ ਤੋਂ ਡਟੇ ਹੋਏ ਨੇ। ਤੁਸੀਂ ਵੇਖ ਸਕਦੇ ਹੋ ਕਿ ਸੰਘਰਸ਼ ਜਿਸ ਤਰੀਕੇ ਨਾਲ ਚੱਲ ਰਿਹਾ, ਹਰ ਵਰਗ, ਹਰ ਇੱਕ ਖਿੱਤੇ ਨਾਲ ਜੁੜੇ ਹੋਏ ਲੋਕ, ਹਰ ਇੱਕ ਕਾਰੋਬਾਰ ਦੇ ਨਾਲ ਜੁੜੇ ਹੋਏ ਲੋਕ ਆਪੋ ਆਪਣੇ ਤਰੀਕਿਆਂ ਦੇ ਨਾਲ ਇਸ ਸੰਘਰਸ਼ ਦੇ ਵਿੱਚ ਹਿੱਸਾ ਭਰ ਰਹੇ ਨੇ। ਇਹਨਾਂ ਕਲਾਕਾਰਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਮੈਡਮ ਕੀ ਨਾਮ ਹੈ ਤੁਹਾਡਾ, ਤੁਸੀਂ ਕਿੱਥੋਂ ਆਏ, ਪਹਿਲਾਂ ਸਾਨੂੰ ਥੋੜ੍ਹਾ ਦੱਸੋ ਜਰਾ। ਮੈਂ ਪਿੰਡ ਗੰਦੜ, ਜ਼ਿਲ੍ਹਾ ਮੁਕਤਸਰ, ਪੰਜਾਬ ਤੋਂ ਹਾਂ। ਮੇਰਾ ਨਾਮ ਬਿੰਦਰ ਕੌਰ ਗੰਦੜ। ਅੱਛਾ ਬਿੰਦਰ ਜੀ, ਪਿਛਲੇ ਕਿੰਨੇ ਕੁ ਦਿਨਾਂ ਤੋਂ ਤੁਸੀਂ ਇਸ ਸੇਵਾ ਦੇ ਵਿੱਚ ਲੱਗੇ ਹੋਏ, ਜਿਹੜੇ ਤੁਸੀਂ ਇੱਥੋਂ ਸਲੋਗਨ ਲਿਖ ਕੇ, ਨਾਅਰੇ ਲਿਖ ਕੇ ਜਿਹੜੇ ਇੱਥੇ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਦੇ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਮਤਲਬ ਲਿਖ ਕੇ ਦੇ ਰਹੀ ਹਾਂ। ਮੈਂ ਇਹਨਾਂ ਵਿੱਚ ਆਪਦਾ ਮੈਸੇਜ ਦੇ ਰਹੀ ਹਾਂ ਕਿ ਸਾਨੂੰ ਜਦੋਂ ਜ਼ੁਲਮ ਜਹਾਦ ਤੋਂ ਵੱਧ ਜਾਂਦਾ ਤਾਂ ਸਾਨੂੰ ਬਗਾਵਤ ਕਰ ਦੇਣੀ ਚਾਹੀਦੀ। ਜਿਹੜੇ ਨੌਜਵਾਨ ਆ ਰਹੇ ਨੇ ਔਰ ਰਚਨਾਵਾਂ ਦੇ ਰਾਹੀਂ ਨੌਜਵਾਨਾਂ ਨੂੰ ਇੱਕ ਹਲੂਣਾ ਦੇਣ ਦੀ, ਇੱਕ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। हम लोग यहाँ पे बुक स्टॉल भी लगाया हुआ है, हमने ये पोस्टर वगैरह भी लगाए हुए हैं, तो उनसे बातचीत कर रहे हैं
और एक एनर्जी हम लोग उनको देना चाह रहे हैं ताकि आंदोलन के अंदर जो लोग काम कर रहे हैं लगातार वो यहाँ पे डटे रहें। उसी के लिए हम लोग यहाँ पे काम कर रहे हैं। ਨੌਜਵਾਨਾਂ ਨੂੰ ਜਾਗਰੂਕ ਕਰਨ ਦੀ, ਨੌਜਵਾਨਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਮਕਸਦ ਸਾਡੇ ਦਾ ਸਿਰਫ ਤੇ ਸਿਰਫ ਇਹੀ ਹੈ ਕਿ ਇਸ ਸੰਘਰਸ਼ ਨੂੰ ਜਿੱਤ ਕੇ ਘਰ ਜਾਣਾ, ਔਰ ਇਸ ਜਿੱਤ ਦੇ ਵਿੱਚ ਹਰ ਕਿਸੇ ਦੇ ਵੱਲੋਂ ਆਪੋ ਆਪਣਾ ਯੋਗਦਾਨ ਪਾਇਆ ਜਾ ਰਿਹਾ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸ ਸੀ, ਪੀਟੀਸੀ ਨਿਊਜ਼, ਸਿੰਘੂ ਬਾਰਡਰ। ਇਸ ਵੇਲੇ ਅਸੀਂ ਖੜੇ ਹਾਂ ਸਿੰਘੂ ਬਾਰਡਰ ਤੇ। ਤੁਸੀਂ ਵੇਖ ਸਕਦੇ ਹੋ ਇਸ ਵੇਲੇ ਹਰਿਆਣਾ ਤੋਂ ਵੀ ਬਹੁਤ ਵੱਡੀ ਗਿਣਤੀ ਵਿੱਚ ਸਪੋਰਟ ਮਿਲ ਰਹੀ ਹੈ। ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਪਹੁੰਚੀਆਂ ਨੇ, ਮਰਦ ਪਹੁੰਚੇ ਨੇ। आप हरियाणा पंजाब के किसानों की एकता का जो नारे लगा रहे हैं, कहाँ से आए हैं? सबसे पहले जानना चाहिए। हम हरियाणा से हैं, ये सब हम सब लोग हरियाणा से हैं और हम यहाँ पे किसानों के समर्थन में आए हैं। और ये जो हरियाणा की पारंपरिक पोशाकें पहन के आई हैं ताई, आप इनसे भी पूछेंगे कि ये यहाँ पे क्यों आई हैं, तो ये भी बताएंगे यहाँ पे क्यों आए हैं। जो भी यहाँ बॉर्डर पे पहुँच रहा है वो ये कह रहे हैं कि ये जो बिजली बिल 2020 है इसको वापस लिया जाए और ये जो 3 कृषि के काले कानून सरकार ने पास किए ये वापस लिए जाएं, इस मांग को लेके आए हुए हैं। बात करते हैं ताई जी, आपके खट्टर तो कह रहे हैं कि सिर्फ पंजाब वालों को प्रॉब्लम है, हरियाणा वाले तो बड़े खुश हैं इस बिलों से। खुश होते थे बेटा, क्यों आते हम ही दुखी कर रखे से बताए हम और क्या गणित आडर हो रहे हैं बेटा। हम तो सब झूठ बोल रहे हो, हम बिल्कुल झूठ, वो खट्टर झूठ बोल रहे हैं। हाँ वो कति झूठ है। और भी हैं हमारे साथ, महिलाएं भी हैं, उन्होंने नाल वैसी गल करते हैं। आप कौन सी डिस्ट्रिक्ट से आए हो हरियाणा में? जी हम हरियाणा से आए। अच्छा, हाँ, और सोनीपत से कहाँ से? दहिया खाप से। दहिया खाप से आए। अच्छा, आप क्या कहना चाहते हो यहाँ पे? जी बस ये कहना चाहते हैं हमारी मांगे पूरी कर दो। और जो तुम बता सको हो, अगर हरियाणा आ रहा है साबत उठ के कह सको हो, वो न्यू का हरियाणा कोई नहीं आ रहा, कित जाएंगे हम आ रहे, ये हमारे आ रहे, हमारे सारे हैं। अच्छा, कितना दुखी हो रहे हैं, हो रहे हैं ना, हमारा हिस्सा दे दो, हमने कोई चिंता नहीं। ਤੁਸੀਂ ਵੇਖ ਸਕਦੇ ਹੋ ਕਿ ਹਰਿਆਣਾ ਤੋਂ ਵੀ ਵੱਡੀ ਗਿਣਤੀ ਵਿੱਚ ਔਰਤਾਂ ਆਈਆਂ ਨੇ। ਸਪੋਰਟ ਜਿਹੜੀ ਹੈ ਉਹਨਾਂ ਦੀ ਪੂਰੀ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਨਾਲ ਹੈ। ਉਹਨਾਂ ਨੇ ਕਿਹਾ ਕਿ ਸਿਰਫ ਪੰਜਾਬ ਦੇ ਕਿਸਾਨ ਨਹੀਂ, ਹਰੇਕ ਸੂਬੇ ਦੇ ਕਿਸਾਨ ਜਿਹੜੇ ਨੇ ਉਹ ਇਹਨਾਂ ਕਾਨੂੰਨਾਂ ਤੋਂ ਦੁਖੀ ਨੇ ਤੇ ਮੰਗ ਉਹ ਕਰ ਰਹੇ ਨੇ ਕਿ ਇਹ ਕਾਨੂੰਨ ਸਿਰਫ ਤੇ ਸਿਰਫ ਵਾਪਸ ਹੋਣੇ ਚਾਹੀਦੇ ਨੇ, ਇਸ ਤੋਂ ਘੱਟ ਉਹਨਾਂ ਨੂੰ ਕੁਝ ਵੀ ਮਨਜ਼ੂਰ ਨਹੀਂ ਹੈ। ਕੁਝ ਤੁਹਾਨੂੰ ਪਹਿਲਾਂ ਦਿਖਾਈਏ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਸਪੋਰਟ ਦਿੱਤੀ ਜਾ ਰਹੀ ਹੈ ਕਿਸਾਨੀ ਨੂੰ, ਖੇਤੀ ਨੂੰ। ਇਹ ਸਟicker ਲਗਾਏ ਗਏ ਨੇ, ਆਈ ਲਵ ਖੇਤੀ। ਇਹ ਇੱਕ ਪਿਆਰ ਹੈ ਜਿਹੜਾ ਖੇਤੀਬਾੜੀ ਦੇ ਲਈ, ਇਹ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ, ਇਹਨਾਂ ਦੀ ਜਿਹੜੀ ਹੈ ਝਲਕ ਆ ਰਿਹਾ ਹੈ। ਇਹਨਾਂ ਨਾਲ ਅਸੀਂ ਗੱਲ ਕਰਦੇ ਹਾਂ, ਇਹ ਸਟicker ਕਿਉਂ ਲਗਾਏ ਨੇ ਅਤੇ ਕੀ ਮੰਗ ਹੈ ਇਹਨਾਂ ਦੀ ਤੇ ਕਿਸ ਤਰ੍ਹਾਂ ਨਾਲ ਇਹ ਦੇਖਦੇ ਨੇ ਕਿ ਜਿਹੜੀ ਖੇਤੀ ਦਾ ਧੰਦਾ ਹੈ ਜਿਹੜਾ ਹੈ ਇਸ ਨੂੰ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਵਪਾਰੀਆਂ ਦੇ ਹੱਥ ਸੌਂਪਾਂਗੇ, ਉਹ ਕਿਉਂ ਨਹੀਂ ਸੌਂਪਣਾ ਚਾਹੁੰਦੇ। ਸਭ ਕੁਝ ਅਸੀਂ ਗੱਲ ਜਾਣਾਂਗੇ। ਭਾਜੀ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਗੁਰਪ੍ਰੀਤ ਜੀ, ਤੁਸੀਂ ਆਈ ਲਵ ਖੇਤੀ ਦਾ ਸਟicker ਲਗਾਇਆ, ਬਹੁਤ ਪਿਆਰਾ ਲੱਗ ਰਿਹਾ ਹੈਗਾ, ਅਤੇ ਕੀ ਸੋਚ ਹੈ ਇਸ ਸਟicker ਦੇ ਪਿੱਛੇ? ਤੁਸੀਂ ਅਕਸਰ ਦੇਖਦੇ ਹੋਵੋਗੇ ਖੁੱਲੇ ਮੈਦਾਨਾਂ ਦੇ ਵਿੱਚ ਜਿਹੜੀ ਖੇਤੀ ਹੁੰਦੀ ਆ, ਕਦੇ ਪਰਵਾਹ ਨਹੀਂ ਕਰਦਾ ਕਿਸਾਨ ਆ ਜਿਹੜਾ, ਉਹ ਬਾਬੇ ਤੇ ਹਮੇਸ਼ਾ ਡੋਰੀ ਰੱਖ ਕੇ ਇਸ ਸਮੁੱਚੇ ਦੁਨੀਆ ਦਾ ਢਿੱਡ ਭਰਨ ਦੇ ਲਈ ਕਸ਼ਮਕਸ਼ ਜਿਹੜੀ ਕਰ ਰਿਹਾ। ਇਸੇ ਕਰਕੇ ਇਹ ਜਿਹੜਾ ਸੰਘਰਸ਼ ਹੈ ਖੇਤੀ ਦੇ ਬਿੱਲਾਂ ਨੂੰ ਲੈ ਕੇ ਸਰਕਾਰ ਦੇ ਨਾਲ, ਇਹ ਆਪਣਾ ਸੰਘਰਸ਼ ਜਿਹੜਾ ਜਾਰੀ ਰੱਖ ਰਹੇ ਨੇ ਸਾਰੇ ਕਿਸਾਨ ਲੋਕ ਇੱਥੇ ਜਿਹੜੇ ਪਹੁੰਚੇ ਹੋਏ ਨੇ। ਬਿਲਕੁਲ, ਸਾਡੇ ਨਾਲ ਨੌਜਵਾਨ ਵੀ ਨੇ। ਤੁਸੀਂ ਭਾਜੀ ਕੀ ਕਰਦੇ ਹੋ ਵੈਸੇ? ਕੁਝ ਨਹੀਂ, ਮੈਂ ਫ੍ਰੀ ਹਾਂ ਜੀ, ਮੈਂ ਦੁਬਈ ਤੋਂ ਆਇਆ ਹਾਂ। ਅੱਛਾ, ਤੋ ਸੋ ਜਦ ਵੀ ਪਤਾ ਲੱਗਾ ਸੀਗਾ ਇਹ ਕਾਲੇ ਕਾਨੂੰਨ ਦਾ ਵੀ ਬਿੱਲ ਪਾਸ ਹੋਇਆ, ਅਸੀਂ ਇਹ ਰੱਦ ਕਰਾਉਣਾ ਹੈ। ਸੋ ਇਸ ਕਰਕੇ ਸਾਨੂੰ 2 ਮਹੀਨੇ ਲੱਗ ਜੇ, ਮਹੀਨਾ ਲੱਗ ਜੇ, ਜਿੱਥੋਂ ਤੱਕ ਸਾਡੀ ਕੋਸ਼ਿਸ਼ ਅਸੀਂ ਰੱਦ ਕਰਾ ਕੇ ਰਹਾਂਗੇ। ਜੋ ਇਸ ਕਰਕੇ ਕੁਝ ਵੀ ਕਰਨਾ ਪੈ ਜੇ ਆਪਾਂ ਤਿਆਰ ਹਾਂ। ਇਹ ਕਿਸੇ ਧਰਮ ਦੀ ਲੜਾਈ ਨਹੀਂ ਹੈ, ਇਹ ਕਿਸਾਨੀ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ। ਤੇ ਜਿਸ ਤਰ੍ਹਾਂ ਦੇ ਨਾਲ ਕੁਝ ਜਿਹੜੇ ਨੇ ਮੀਡੀਆ ਚੈਨਲਾਂ ਵੱਲੋਂ ਜਿਹੜੇ ਗਲਤ ਇਲਜ਼ਾਮ ਲਗਾਏ ਗਏ ਸਨ, ਖਾਲਿਸਤਾਨੀ ਕਹਿ ਕੇ ਗਰਦਾਨਿਆ ਗਿਆ ਸੀ, ਕੁਝ ਇਸ ਤਰ੍ਹਾਂ ਦੇ ਮੈਸੇਜ ਵੀ ਅਸੀਂ ਤੁਸੀਂ ਦੇਖ ਪਾ ਰਹੇ ਹੋ ਕਿ ਜੇ ਇਹ ਅੰਨਦਾਤਾ ਕਿਸਾਨ ਖਾਲਿਸਤਾਨੀਆਂ ਤਾਂ ਮੈਂ ਵੀ ਹਿੰਦੂ ਖਾਲਿਸਤਾਨੀਆਂ। ਮਤਲਬ ਇਹ ਧਰਮ ਦੀ ਲੜਾਈ ਨਹੀਂ ਹੈ, ਇਹ ਸਾਫ਼ ਤੌਰ ਦੇ ਉੱਪਰ ਸੁਨੇਹਾ ਦਿੱਤਾ ਜਾ ਰਿਹਾ, ਇਹ ਕਿਸਾਨੀ ਨੂੰ ਬਚਾਉਣ ਦੀ ਲੜਾਈ ਹੈ। ਅਤੇ ਇਹ ਜਿਹੜੇ ਬੈਨਰ ਲਗਾ ਕੇ ਆਏ ਨੇ ਭਾਜੀ, ਉਹਨਾਂ ਤੋਂ ਵੀ ਅਸੀਂ ਗੱਲ ਕਰਦੇ ਹਾਂ। ਅਸੀਂ ਪਹਿਲਾਂ ਵੀ ਤੁਹਾਡੀ ਇਹ ਮੈਸੇਜ ਜਿਹੜਾ ਪਹੁੰਚਾਇਆ ਸੀ, ਇਹ ਮੈਸੇਜ ਤੁਸੀਂ ਹੁਣ ਲਗਾਤਾਰ ਪਹੁੰਚਾ ਰਹੇ ਹੋ, ਕੀ ਮਕਸਦ ਹੈ? ਪਹਿਲਾਂ ਤਾਂ ਮੈਂ ਪੀਟੀਸੀ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ, ਜਿਹੜਾ ਕਿ ਹਰ ਪਿੰਡ 'ਚ ਹਰ ਘਰ 'ਚ ਦੇਖਿਆ ਜਾਂਦਾ ਹੈ। ਉਹਨਾਂ ਨੇ ਇਸ ਸਲੋਗਨ ਦੀ ਸ਼ੁਰੂਆਤ ਕੀਤੀ ਸੀ। ਵੀਰ ਜੀ, ਮੈਂ 40 ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਤੋਂ ਆਇਆ।
ਮੇਰਾ ਨਾਮ ਹੈਪੀ ਖੇੜਾ ਹੈ। ਮੈਂ ਕੋਈ ਕਿਸਾਨੀ ਨਾਲ ਮੇਰਾ ਸਿੱਧਾ ਸੰਬੰਧ ਨਹੀਂ, ਮੈਂ ਇੱਕ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਪਰ ਜਦੋਂ ਮੈਂ ਇੱਥੇ ਆ ਕੇ ਕੁਝ 15-20 ਦਿਨ ਪਹਿਲਾਂ ਟੀਵੀ ਕੁਝ ਸਪਾਂਸਰਡ ਮੀਡੀਆ ਵੱਲੋਂ, ਕੁਝ ਸੈਕਸ਼ਨ ਮੀਡੀਆ ਵੱਲੋਂ ਇਹ ਦੇਖਿਆ ਗਿਆ ਕਿ ਇਸ ਪਵਿੱਤਰ ਪਾਕ ਪਵਿੱਤਰ ਅੰਦੋਲਨ ਨੂੰ ਇੱਕ ਐਂਟੀ ਨੈਸ਼ਨਲ ਨਾਲ ਜੋੜਿਆ ਜਾ ਰਿਹਾ ਹੈ, ਖਾਲਿਸਤਾਨ ਨਾਲ ਜੋੜਿਆ ਜਾ ਰਿਹਾ ਹੈ, ਤਾਂ ਵੀਰ ਜੀ ਮੈਂ ਨੈਸ਼ਨਲ ਦਾ ਫਲੈਗ ਲਗਾ ਕੇ ਆਇਆ ਹਾਂ ਕਿ ਜੇ ਆ ਜਿਨ੍ਹਾਂ ਇਹ ਉਹ ਕਿਸਾਨ ਨੇ ਜਿਨ੍ਹਾਂ ਨੇ ਕਿਸਾਨੀ ਲਈ ਆਪਣੇ ਅੰਗ ਕੱਟੇ ਗਏ ਨੇ, ਆ ਟੋਕੇ 'ਚ ਜਿਨ੍ਹਾਂ ਦਾ ਹੱਥ ਆਇਆ ਹੈ, ਬੀਬੀ ਮਹਿੰਦਰ ਕੌਰ ਲੰਬੀ ਤੋਂ। ਇਹ ਵੀਰ ਜੀ ਮੈਂ ਇਹ ਕਬੂਲ ਕਰਦਾ ਕਿ ਇਹ ਕੱਟੇ ਹੋਏ ਹੱਥਾਂ ਵਾਲਿਆਂ ਨੂੰ ਜੇ ਐਂਟੀ ਨੈਸ਼ਨਲ ਕਹਿ ਰਹੇ ਨੇ, ਜੇ ਇਹ ਖਾਲਿਸਤਾਨੀ ਹੈ ਤਾਂ ਮੈਂ ਹਿੰਦੂ ਖਾਲਿਸਤਾਨੀ ਹਾਂ। ਵੀਰ ਜੀ ਮੈਂ ਧੰਨਵਾਦ ਹਾਂ ਪੀਟੀਸੀ ਤੋਂ ਬਾਅਦ ਕਿਹੜੇ ਹਰ ਚੈਨਲ ਨੇ ਇਹ ਸਲੋਗਨ, ਮੈਂ ਮਨ ਨੂੰ ਮਾਣ ਮਹਿਸੂਸ ਹੋਇਆ ਕਿ ਮੈਨੂੰ ਸ਼ੁਰੂਆਤ ਪੀਟੀਸੀ ਚੈਨਲ ਤੋਂ ਇਸ ਸਲੋਗਨ ਨੂੰ ਅੱਜ ਸਾਰੇ ਦੇਸ਼ ਵਿੱਚ ਇਹ ਸਲੋਗਨ ਉੱਠ ਰਿਹਾ ਹੈ। ਭਾਜੀ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਕੁਲਬੀਰ ਸਿੰਘ ਹੈ ਜੀ। ਮੈਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਦੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦੇ ਪਿੰਡ ਝੰਜੋਟੀ ਤੋਂ ਆਇਆ ਹਾਂ ਤੇ ਮੈਂ ਇੱਥੇ ਆਪਣੀ ਹੱਕ ਦੀ ਲੜਾਈ ਲਈ, ਆਪਣੀ ਹੋਂਦ ਦੀ ਲੜਾਈ ਦੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਲਈ ਆਇਆ ਹਾਂ। ਤੇ ਜਿਹੜੀਆਂ ਇਹ ਜ਼ਾਲਮ ਸਰਕਾਰਾਂ ਸਾਨੂੰ ਇਸ ਸਾਡੇ ਕਿਸਾਨ ਦੇ ਨਿਰੇ ਪੁਰੇ ਇਸ ਕਿਸਾਨ ਦੇ ਅੰਦੋਲਨ ਨੂੰ ਇਹ ਕਹਿ ਕੇ ਕਦੀ ਇਹ ਪੰਜਾਬੀ ਕਿਸਾਨ ਨੂੰ ਜ਼ਿਆਦਾ ਦਰਦ ਹੁੰਦਾ ਹੈ, ਕਦੀ ਇਹਨੂੰ ਖਾਲਿਸਤਾਨ ਦਾ ਨਾਂ ਦਿੱਤਾ ਜਾਂਦਾ ਹੈ, ਕਦੀ ਇਹਨੂੰ ਸਿੱਖਾਂ ਦਾ ਦਿੱਤਾ ਜਾਂਦਾ ਹੈ। ਮੈਂ ਉਸ ਦੇ ਸੰਬੰਧ ਵਿੱਚ 4 ਲਾਈਨਾਂ ਲਿਖੀਆਂ ਨੇ, ਜੇ ਤੁਹਾਡੀ ਇਜਾਜ਼ਤ ਹੋਵੇ। ਜੀ ਬਿਲਕੁਲ। ਅਸੀਂ ਕਿਰਤੀ ਪੁੱਤ ਕਿਸਾਨਾਂ ਦੇ ਸਭ ਸਾਂਝੇ ਹਾਂ, ਵੱਖ ਜਾਤ ਨਹੀਂ ਤੇ ਸਾਡਾ ਵੱਖ ਕੋਈ ਧਰਮ ਨਹੀਂ। ਅਸੀਂ ਕਿਰਤੀ ਪੁੱਤ ਕਿਸਾਨਾਂ ਦੇ ਸਭ ਸਾਂਝੇ ਹਾਂ, ਵੱਖ ਜਾਤ ਨਹੀਂ ਤੇ ਸਾਡਾ ਵੱਖ ਕੋਈ ਧਰਮ ਨਹੀਂ। ਅਸੀਂ ਮੰਗ ਕੇ ਖਾਣ ਨੂੰ ਮੌਤ ਕਹਿੰਦੇ, ਹੱਕ ਖੋਹ ਲੈਂਦੇ, ਹੱਕ ਖੋਹ ਕੇ ਲੈਣ 'ਚ ਸਾਨੂੰ ਕੋਈ ਸ਼ਰਮ ਨਹੀਂ। ਸਾਨੂੰ ਵੰਡਣ ਦੀ ਨਾ ਜੁਰਤ ਕਰੀ, ਅਸੀਂ ਇਕੱਠੇ ਹਾਂ, ਨਾ ਵੰਡੀ ਹਿੰਦੂ ਮੁਸਲਿਮ ਸਿੱਖ ਸਰਦਾਰਾਂ ਨੂੰ। ਤੇਰਾ ਪੰਗਾ ਪਿਆ ਕਿਸਾਨਾਂ ਨਾਲ ਤੈਨੂੰ ਦੱਸ ਦਾਂਗੇ, ਆਏ ਦੱਸਣ ਲਈ ਹਾਂ ਦਿੱਲੀ ਵਿੱਚ ਸਰਕਾਰਾਂ ਨੂੰ। ਅਸੀਂ ਕਦੇ ਕਿਸੇ ਤੋਂ ਡਰਦੇ ਨਹੀਂ, ਸਾਡਾ ਧਰਮ ਕਹਿੰਦਾ ਹੈ, ਤੇ ਨਾ ਹੀ ਕਿਸੇ ਨੂੰ ਕਦੇ ਡਰਾਉਂਦੇ ਹਾਂ। ਅਸੀਂ ਜ਼ੁਲਮ ਕਦੇ ਨਹੀਂ ਸਹਿ ਸਕਦੇ, ਸਾਡੀ ਆਦਤ ਹੈ ਰੋਟੀ ਹੱਕ ਸੱਚ ਦੀ ਮਿਹਨਤ ਨਾਲ ਕਮਾਉਂਦੇ ਹਾਂ। ਅਸੀਂ ਖਾਲਿਸਤਾਨੀ ਨਹੀਂ ਤੇ ਨਾ ਕੋਈ ਰਾਜਨੇਤਾ, ਸਾਡੇ ਨਾਲ ਨਾ ਜੋੜੀ ਤੂੰ ਇਹਨਾਂ ਹਥਿਆਰਾਂ ਨੂੰ। ਤੇਰਾ ਪੰਗਾ ਪਿਆ ਕਿਸਾਨਾਂ ਨਾਲ ਤੈਨੂੰ ਦੱਸ ਦਾਂਗੇ, ਆਏ ਦੱਸਣ ਲਈ ਹਾਂ ਦਿੱਲੀ ਵਿੱਚ ਸਰਕਾਰਾਂ ਨੂੰ। ਅਸੀਂ ਮੂਰੇ ਹੋ ਲੜੀਆਂ ਸਭ ਜੰਗਾਂ, ਹੱਸ ਹੱਸ ਫਾਂਸੀ ਚੜ੍ਹਦੇ ਰਹੇ, ਫਿਰ ਬਿਨਾਂ ਵਜ੍ਹਾ ਕਿਉਂ ਕਰਦੀ ਏ ਬਦਨਾਮ ਪੰਜਾਬੀਆਂ ਨੂੰ। ਅਸੀਂ ਲੜੇ ਤਾਂ ਲਈ ਆਜ਼ਾਦੀ, ਅੱਜ ਵੀ ਦੇਸ਼ ਲਈ ਲੜਦੇ ਹਾਂ, ਦੱਸ ਕੋਈ ਵੱਖਰਾ ਦਿੱਤਾ ਹੀ ਜੇ ਇਨਾਮ ਪੰਜਾਬੀਆਂ ਨੂੰ। ਤੇ ਅਸੀਂ ਜਦੋਂ ਤੁਰੇ ਸਾਂ ਪਿੰਡ ਝੰਜੋਟੀ ਤੋਂ ਤੇ ਜੰਗ ਜਿੱਤਾਂਗੇ ਇਹਨਾਂ ਕਹਿ ਕੇ ਮਿੰਟੂ ਆਇਆ ਸੀ ਨਹੀਂ ਯਾਰਾਂ ਨੂੰ। ਤੇਰਾ ਪੰਗਾ ਪਿਆ ਕਿਸਾਨਾਂ ਨਾਲ ਤੈਨੂੰ ਦੱਸ ਦਾਂਗੇ, ਆਏ ਦੱਸਣ ਲਈ ਹਾਂ ਦਿੱਲੀ ਵਿੱਚ ਸਰਕਾਰਾਂ ਨੂੰ, ਆਏ ਦੱਸਣ ਲਈ ਹਾਂ ਦਿੱਲੀ ਵਿੱਚ ਸਰਕਾਰਾਂ ਨੂੰ। ਇਹ ਬਹੁਤ ਸੋਹਣਾ ਮੈਸੇਜ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਕਿਸਾਨੀ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ। ਕਿਸੇ ਇਕੱਲੇ ਪੰਜਾਬ ਦੀ ਲੜਾਈ ਨਹੀਂ ਹੈ, ਇਕੱਲੇ ਸਿੱਖਾਂ ਦੀ ਲੜਾਈ ਨਹੀਂ ਹੈ, ਪੂਰੇ ਦੇਸ਼ ਦੇ ਲਈ ਲੜਾਈ ਜਿਹੜੀ ਹੈ ਲੜੀ ਜਾ ਰਹੀ ਹੈ। ਇਸ ਵੇਲੇ ਅਸੀਂ ਸਿੰਘੂ ਬਾਰਡਰ ਤੇ ਖੜੇ ਹਾਂ। ਇੱਥੇ ਅਸੀਂ ਦੇਖਦੇ ਹਾਂ ਕਿ ਲਗਾਤਾਰ 15 ਦਿਨਾਂ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ, ਕਿਸਾਨਾਂ ਦਾ ਧਰਨਾ ਲਗਾਤਾਰ ਚੱਲ ਰਿਹਾ ਹੈ। ਆਮ ਤੌਰ ਤੇ ਜਦੋਂ ਅਸੀਂ ਕੋਈ ਧਰਨੇ ਕਵਰ ਕਰਦੇ ਹਾਂ, ਕੁਝ ਵੀ ਦੇਖਦੇ ਹਾਂ ਕਿ ਲੋਕ ਬਹੁਤ ਵੱਡੇ ਧਰਨੇ ਜਦੋਂ ਪਹੁੰਚਦੇ ਆ ਤਾਂ ਆਲੇ ਦੁਆਲੇ ਦੀ ਦੁਕਾਨਾਂ ਨੂੰ ਸ਼ਾਇਦ ਕੋਈ ਡਰ ਪੈਦਾ ਹੋ ਜਾਂਦਾ ਹੈ, ਉਹ ਦੁਕਾਨਾਂ ਬੰਦ ਕਰਦੇ ਆ ਕਿ ਸ਼ਾਇਦ ਸਾਡਾ ਕੋਈ ਨੁਕਸਾਨ ਨਾ ਹੋ ਜਾਏ, ਕੋਈ ਤੋੜ ਭੰਨ ਨਾ ਹੋ ਜਾਏ। ਅਸੀਂ ਇੱਥੋਂ ਦੇ ਨੇੜੇ ਤੇੜੇ ਦੇ ਬਾਜ਼ਾਰਾਂ ਦਾ ਮੁਆਇਨਾ ਕਰਦੇ ਹਾਂ, ਦੁਕਾਨਦਾਰਾਂ ਨਾਲ ਗੱਲ ਕਰਦੇ ਹਾਂ ਕਿ ਉਹ ਇਸ ਧਰਨੇ ਤੋਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਲੱਗਿਆ ਜਦੋਂ ਦੇ ਇਹ 15 ਦਿਨਾਂ ਤੋਂ ਲੋਕ ਆਏ ਬੈਠੇ ਨੇ, ਤੇ ਇਸ ਧਰਨੇ ਤੋਂ ਬਾਅਦ ਦਾ ਉਹਨਾਂ ਦੇ ਨਾਲ ਕੋਈ ਜ਼ਿੰਦਗੀ 'ਚ ਬਦਲਾਅ ਆਇਆ ਹੈ, ਕੁਝ ਕੀ ਫਰਕ ਪੈ ਰਿਹਾ ਹੈ, ਇਹ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਥੇ ਇੱਕ ਦੇਖ ਰਹੇ ਹਾਂ ਇਸੇ ਦੁਕਾਨ ਹੈ, ਜਨਰਲ ਸਟੋਰ ਹੈ, ਇੱਥੇ ਅਸੀਂ ਗੱਲ ਕਰਦੇ ਹਾਂ ਇਹਨਾਂ ਦੇ ਨਾਲ। नमस्ते जी, आपकी यहाँ पे दुकान है और जब से ये धरना लगा हुआ है आपको क्या लग रहा है जब से 15 दिन से? हमारे को तो कोई दिक्कत नहीं है किसी भी तरह की, बहुत अच्छे लोग हैं, कोई तरह की किसी की परेशानी नहीं है। और जो भी आता है ये कहता अगर कोई परेशानी हो तो हमारे को बताओ, कोई भी परेशान करे तो। अच्छा, हाँ बहुत अच्छा लग रहा है। अच्छा, आम तौर पे जब कोई धरना होता है वैसे तो ये होता है कि दुकानदार डर जाते हैं कि जी हमारे तोड़ फोड़ ना हो जाए या कुछ हो जाए, तो यहाँ पे इतने लाखों लोग हैं तो आपको कोई किसी तरह का कोई डर नहीं है? नहीं कोई डर नहीं है। हम तो बंद भी करे तो वो कहते हैं कि खोलो, कोई दिक्कत हो हमारे को बताओ। ਸਿੰਘੂ ਬਾਰਡਰ ਤੇ ਅਸੀਂ ਖੜੇ ਹਾਂ ਇੱਕ ਦੁਕਾਨ ਦੇ ਅੰਦਰ, ਇੱਧਰ ਦੂਸਰੇ ਪਾਸੇ ਸਾਹਮਣੇ ਧਰਨਾ ਚੱਲ ਰਿਹਾ ਤੇ ਇੱਧਰ ਦੁਕਾਨ ਇੱਕ ਖੁੱਲੀ ਹੋਈ ਹੈ। ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਸਾਨਾਂ ਦੇ ਆਉਣ ਤੋਂ ਬਾਅਦ ਇਹਨਾਂ ਦਾ ਕਾਰੋਬਾਰ ਚੰਗਾ ਹੋਇਆ ਹੈ ਜਾਂ ਕੋਈ ਦਿੱਕਤ ਆਈ ਹੈ, ਇਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਸਰ ਆਪਕਾ ਨਾਮ? ਸਰ ਮੇਰਾ ਨਾਮ ਸ਼ੈਲੀ ਹੈਗਾ, ਸਾਡੀ ਸ਼ਾਪ ਦਾ ਨਾਮ ਹੈਗਾ SK ਕੁੰਡਲੀ।
ਤੇ ਆਪ ਜੀ ਨੇ ਮੈਨੂੰ ਪੁੱਛਿਆ ਵੀ ਇੱਥੇ ਫਰਕ ਕਿੰਨਾ ਇੱਕ ਹੈਗਾ ਹਾਂਜੀ ਹਾਂਜੀ ਤੇ ਮੈਂ ਤੁਹਾਡੇ ਨਾਲ ਇਹਨਾਂ ਗੱਲ ਸਾਂਝਾ ਕਰਨਾ ਚਾਹਾਂਗਾ ਤੇ ਕਿਸੇ ਵੀ ਗੱਲ ਦੇ ਦੋ ਪੱਖ ਹੈਗੇ ਜੀ। ਅਸੀਂ ਪਹਿਲੇ ਪੱਖ ਦੀ ਗੱਲ ਕਰਦੇ ਹਾਂ ਵੀ ਸਾਡੇ ਇੱਥੇ ਲੋਕ ਪਰੇਸ਼ਾਨ ਹੈ ਜਾਂ ਨਹੀਂ ਨੇ। ਸਰ ਇੱਥੇ ਪਰੇਸ਼ਾਨ ਲੋਕ ਨਹੀਂ ਹੈਗੇ, ਪਰ ਇਹ ਹੁੰਦਾ ਹੈ ਕਿ ਲੋਕਾਂ ਵਾਸਤੇ ਤੁਸੀਂ ਇਹ ਮੰਨ ਕੇ ਚੱਲੋ ਜੀ, ਇਹ ਵੱਡੇ ਅੰਦੋਲਨਾਂ ਵਾਸਤੇ ਵੱਡੀ ਕੁਰਬਾਨੀਆਂ ਕਿਸੇ ਨਾ ਕਿਸੇ ਨੂੰ ਦੇਣੀ ਪੈਣੀ ਹੈ ਜੀ। ਹਾਂਜੀ ਇਸ ਗੱਲ ਨਾਲ ਤੁਸੀਂ ਵੀ ਸਹਿਮਤ ਹੋਵੋਗੇ। ਤੇ ਫਿਲਹਾਲ ਥੋੜਾ ਜਿਹਾ ਜਿਹੜਾ ਹੈ ਆਵਾਗਮਨ ਵਿੱਚ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੋਏਗੀ, ਪਰ ਕਿਸੇ ਵੀ ਬੰਦੇ ਨੂੰ ਸ਼ਾਇਦ ਵਿਅਕਤੀਗਤ ਤੌਰ ਤੇ ਕੋਈ ਵੀ ਪਰੇਸ਼ਾਨੀ ਹਲੇ ਨਹੀਂ ਹੈਗੀ। ਇੱਕ ਸਵਾਲ ਹੋਰ, ਇੱਥੇ ਇੰਨੀ ਵੱਡੀ ਗਿਣਤੀ 'ਚ ਲੋਕ ਆ ਰਹੇ ਆ, ਲੋਕ ਇੱਥੇ ਤੁਹਾਡੀ ਦੁਕਾਨ ਦੇ ਅੰਦਰ ਵੀ ਆ ਰਹੇ ਆ, ਕੋਈ ਕਿਸੇ ਨੇ ਇਦਾਂ ਦੀ ਕੋਈ ਦਿੱਕਤ ਤਾਂ ਨਹੀਂ ਹੋਈ ਕਿ ਕਿਸੇ ਨੇ ਪੈਸੇ ਨਾ ਦਿੱਤੇ ਹੋਣ ਜਾਂ ਕੁਝ? ਪੈਸੇ ਸਾਰੇ ਦੇ ਦਿੰਦੇ ਨੇ ਜੀ, ਪੈਸੇ ਸਾਰੇ ਦਿੰਦੇ ਨੇ ਜੀ, ਪੈਸੇ ਕੋਈ ਮਨਾ ਨਹੀਂ ਕਰਦੇ ਜੀ। ਪਰ ਠੀਕ ਹੈ ਜੀ, ਸਾਰੇ ਬਹੁਤ ਵਧੀਆ ਬੰਦੇ ਆਏ ਹੋਏ ਨੇ ਜੀ, ਬਹੁਤ ਅੱਛੇ ਲੋਕ ਆਏ ਹੋਏ ਨੇ ਜੀ, ਸਾਨੂੰ ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ। ਠੀਕ ਹੈ, ਹਾਂ ਤੁਹਾਨੂੰ ਤਸਵੀਰਾਂ ਵੀ ਦਿਖਾ ਦਈਏ, ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਇੱਥੇ ਜਿਹੜੇ ਨੇ ਸਮਾਨ ਖਰੀਦ ਵੀ ਰਹੇ ਨੇ, ਟਰੈਕਟਰ ਦੇ ਸਪੇਅਰ ਪਾਰਟ ਵੀ ਜਿਹੜੇ ਨੇ ਉਹ ਖਰੀਦੇ ਜਾ ਰਹੇ ਨੇ। ਔਰ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸਾਹਮਣੇ ਭਾਵੇਂ ਧਰਨਾ ਚੱਲ ਰਿਹਾ, ਪਰ ਦੁਕਾਨਦਾਰੀ ਵੀ ਜਿਹੜੀ ਹੈ ਉਹ ਨਾਲ ਚੱਲ ਰਹੀ ਹੈ। ਦੁਕਾਨ ਦੇ ਅੰਦਰ ਵੀ ਜਿਹੜੀ ਹੈ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਖਰੀਦਦਾਰੀ भी ਕੀਤੀ जा रही है। हमें डर था खोलने का जिस टाइम आए थे, लेकिन उसके बाद में हमें इतना बढ़िया वातावरण लगा जैसे हम अपने घर में, मतलब यहाँ लोग कुछ धरना कुछ भी नहीं है यहाँ पर, इतना बढ़िया, मतलब बहुत बढ़िया। और हमारे को अभी बहुत बढ़िया कोऑपरेट कर रही है अच्छी तरह। ये यहाँ के रैली वाले किसी कोई भी सामान लेता है उसका एक पैसा देकर जाता है। अच्छा, हाँ जी। वैसे कोई धरना होता है तो लोग दुकानें बंद करवाते हैं, तोड़ फोड़ का डर होता है। यहाँ जब से आए हो नहीं सर, आपने कहा 3 दिन पहले डर गए थे, बाद में जब आए तो कुछ नहीं था? नहीं कुछ नहीं था इसमें। हमें डर के मारे, मैं अपने 3 दिन पहले मेरे बगल वाले बड़े भाई की दुकान है, इसने मेरे को फ़ोन करके बोला था कि क्या नाम आ जाओ, ऐसी कोई दिक्कत वाली बात नहीं। लेकिन तब से हम रेगुलर दुकान खोल रहे हैं। और उससे पहले हमारा जो ये लोकल आदमी है जी, यहाँ पर हमें बल्कि उनका डर होता है, इनका नहीं डर है यहाँ का। हाँ जी। ਇੱਥੇ ਇੱਕ ਖੋਖਾ ਹੈ ਜੋ ਸਿੰਪਲ ਚਾਹ ਦਾ, ਅੰਡਿਆਂ ਦੇ ਆਮਲੇਟ ਵਗੈਰਾ ਇਹ ਬਣਾਉਂਦੇ ਨੇ। ਇਹਨਾਂ ਨਾਲ ਅਸੀਂ ਮਾਤਾ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਕਿਸ ਤਰ੍ਹਾਂ ਲੱਗ ਰਿਹਾ ਜਦੋਂ ਦੇ ਇਹ ਲੋਕ ਇੱਥੇ ਆਏ ਹੋਏ ਨੇ। माता जी आपका क्या नाम है? मेरा नाम रामकली है। यहाँ पे लोग जो आ रहे हैं, किसी ने आपकी दुकान पे बंद करने की कोई ऐसी बात तो नहीं की? नहीं, ऐसा कुछ नहीं, किसी ने कुछ नहीं कहा। ठीक है, आप यहाँ पे आराम से रहते हो तब से, मतलब आम तौर पे हम देखते हैं कि जब कोई धरने वगैरह होते हैं तो सब दुकानें बंद करवा देते हैं, भगा देते हैं। यहाँ किसी ने आपको कुछ ऐसा कहा? नहीं, ऐसा कुछ नहीं, बस एक ही दिन बंद कराई और कोई बंद नहीं कराई। अच्छा, तो आपसे मिलते भी होंगे यहाँ लोग, आके बातें यहाँ पे करते होंगे, तो आपने क्या देखा? पंजाब वाले लोग आपको कैसे लगे? सही है। अच्छा, तो बातें करते हैं तो कैसी सही बंदे हैं, कोई ऐसी बात नहीं है, कोई गलत नहीं बोलता है। अच्छा, ਚਲੋ ਸਾਡੇ ਨਾਲ ਇਧਰਲੇ ਪਾਸੇ ਅਸੀਂ ਦੇਖਦੇ ਹਾਂ ਕਿਸਾਨ ਆਗੂ ਵੀਰ ਵੀ ਖੜੇ ਨੇ, ਇਹਨਾਂ ਨਾਲ ਵੀ ਅਸੀਂ ਗੱਲ ਕਰਦੇ ਹਾਂ। ਤਾਂ ਭਾਜੀ ਇੱਥੇ ਅਸੀਂ ਦੇਖਦੇ ਹਾਂ ਕਿ ਦੁਕਾਨ ਵਾਲੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਕੋਈ ਇੱਥੇ ਦਿੱਕਤ ਨਹੀਂ ਹੈ, ਬਹੁਤ ਵਧੀਆ ਜਿਹੜਾ ਹੈ। ਅਸੀਂ ਇੱਕ ਹੋਰ ਦੁਕਾਨਦਾਰ ਨਾਲ ਗੱਲ ਕੀਤੀ ਕਿ ਉਹ ਕਹਿੰਦਾ ਅਸੀਂ ਤਾਂ ਪੰਜਾਬੀ ਵੀ ਸਿੱਖਣੀ ਸ਼ੁਰੂ ਕਰਤੀ ਹੈ ਇਹਨਾਂ ਦੇ ਨਾਲ ਗੱਲਾਂ ਕਰਕੇ। ਤਾਂ ਬਹੁਤ ਵਧੀਆ ਗੱਲ ਹੈ ਜੀ। ਪੰਜਾਬੀਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ, ਦਰਿਆ ਦਿਲ ਹੁੰਦੇ ਆ ਤੇ ਇਹਨਾਂ ਨੂੰ ਤਾਂ ਕਿਸੇ ਨਾਲ ਮਤਲਬ ਰਲ ਮਿਲ ਕੇ ਰਹਿੰਦੇ ਆ, ਤਾਂ ਕੋਈ ਕਿਸੇ ਨੂੰ ਦਿੱਕਤ ਹੋਣੀ ਵੀ ਨਹੀਂ ਚਾਹੀਦੀ, ਔਰ ਨਾ ਹੀ ਪਹਿਲਾਂ ਹੋਈ ਹੈ ਕਿਸੇ। ਅੱਛਾ, ਤਾਂ ਇਸ ਕਰਕੇ ਤਾਂ ਖੁਸ਼ ਹੀ ਰਹਿਣਗੇ, ਕਿਉਂਕਿ ਇਹਨਾਂ ਦੀ ਵਿਕਰੀ 'ਚ ਵੀ ਵਾਧਾ ਹੋਇਆ, ਨਾਲੇ ਲੋਕ ਰਲ ਮਿਲ ਕੇ ਰਹਿੰਦੇ ਔਰ ਖੁਸ਼ ਦਿਲ ਮਿਜਾਜ ਆ, ਸਾਰਾ ਸਭ ਕੁਝ ਠੀਕ ਹੈ। ਕਿਸੇ ਨੂੰ ਕੋਈ ਦਿੱਕਤ ਨਹੀਂ ਹੈ, ਲੋਕ ਆਪਣੇ ਕਾਰੋਬਾਰ ਉਸੇ ਤਰ੍ਹਾਂ ਚਲਾ ਰਹੇ ਨੇ। ਇੱਧਰ ਪਿੱਛੇ ਦੁਕਾਨਾਂ ਦੇਖੀਏ ਤਾਂ ਦੂਰ ਤੱਕ ਜਿੱਥੇ ਵੀ ਨਿਗਾਹ ਜਾਂਦੀ ਹੈ ਸਾਰੀਆਂ ਦੁਕਾਨਾਂ ਉਸੇ ਤਰ੍ਹਾਂ ਚੱਲ ਰਹੀਆਂ ਨੇ। ਇਹ ਜੋ ਕੰਮਕਾਰ ਹੈ ਲੋਕਾਂ ਦੇ ਉਸੇ ਤਰ੍ਹਾਂ ਚੱਲ ਰਹੇ ਨੇ। ਇਹ ਇੱਕ ਬੜੀ ਸ਼ਾਨਦਾਰ ਚੀਜ਼ ਆ ਆਪਣੇ ਆਪ ਦੇ ਵਿੱਚ ਕਿ ਇੱਕ ਧਰਨਾ ਵੀ ਲੱਗਿਆ ਹੋਇਆ, ਧਰਨੇ ਦੇ ਵਿੱਚ ਜਿਹੜੇ ਨੇ ਲੋਕਾਂ ਦੇ ਕੰਮਕਾਜ ਵੀ ਉਸੇ ਤਰ੍ਹਾਂ ਚੱਲ ਰਹੇ ਨੇ। ਇੱਥੇ ਇੱਕ रेडी भी लगी हुई है। भैया आपका क्या नाम है? सौरभ। सौरभ जी, यहाँ पे धरना लगा है, उसके बाद आपको कोई दिक्कत हो रही है क्या? नहीं जी। तो आपका कामकाज ठीक चल रहा है यहाँ पे? ठीक चल रहा है जी। तो लोग जो आ रहे हैं यहाँ पे वो सही से आपसे बात कर रहे हैं, सब कुछ कैसे है बताइए? सब बढ़िया बात कर रहे हैं जी। वैसे होता है कि धरना होता है कि लोगों के कारोबार बंद हो जाते हैं, यहाँ कुछ देखा आपने ऐसा हुआ? नहीं, ऐसा कुछ नहीं है। ये बड़ी ਜਾਣਨ ਦੀ ਉਹਨਾਂ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਹੋਰ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਉਹਨਾਂ ਨੂੰ ਕੋਈ ਪਰੇਸ਼ਾਨੀ ਹੈ ਜਾਂ ਫਿਰ ਉਹ ਉਹਨਾਂ ਦੇ ਕਾਰੋਬਾਰ ਉਸੇ ਤਰ੍ਹਾਂ ਚੱਲ ਰਹੇ ਨੇ। एक और दुकान से चलते हैं। भैया क्या नाम है आपका? आबिद है जी मेरा नाम। आबिद जी, यहाँ पे आप दुकान चलाते हैं, यहाँ से धरना भी चल रहा है लगातार, तो कोई दिक्कत परेशानी है? नहीं जी, हमें कोई दिक्कत नहीं, हमारा तो काम और बढ़िया चल रहा है, भीड़ भड़का चल रही है, कोई परेशान नहीं करता हमें। ठीक है ना, हमारा काम पहले से बढ़िया चल रहा है। और आगे के लोगों के लिए सुधार हो जाए, आगे इससे बढ़िया बात क्या है? बहुत बढ़िया बात है, आगे के लिए सुधार हो जाए।
और क्या। अभी जी यहाँ पे ज़्यादातर पंजाब से भी लोग आए हुए हैं और जगह से भी आए हुए हैं, बातचीत होती है उनसे, बात होती है, कैसे बात करते हैं वो? नहीं, बढ़िया बात करते हैं जी हमारे से, तो पैसे भी ज़्यादा देते हैं, हम ज़्यादा नहीं लेते। हम पूरे पैसे लेते हैं जी। भैया तुम 5 रुपए ज़्यादा ले लो, हम नहीं लेते जी। हमारा काम बढ़िया चल रहा है जी, हमें कोई दिक्कत नहीं। अच्छा, यहाँ ज़्यादा पंजाब से लोग हैं, पंजाबी बोलते होंगे तो समझ आने लग गई है? हाँ जी, थोड़ी तो समझते हैं जी हम। अच्छा जी जी, बहुत बढ़िया बोलते हैं जी वो। कभी कोई बदतमीजी नहीं, बहुत बढ़िया बोलते हैं। ਤੁਸੀਂ ਦੇਖ ਸਕਦੇ ਹੋ ਇੱਥੇ ਮੋਬਾਈਲ ਦੀ ਦੁਕਾਨ ਹੈ ਔਰ ਇੱਥੇ ਵੀ ਲੋਕ ਆ ਵੀ ਰਹੇ ਨੇ, ਦੁਕਾਨ ਖੁੱਲੀ ਹੋਈ है। भैया आपका क्या नाम है? जितेंद्र कुमार अग्रवाल। जितेंद्र जी, दुकान आप चला रहे हैं, धरना चल रहा है 15 दिन से, तो आपको कोई दिक्कत हो रही है दुकान? नहीं, कोई दिक्कत नहीं है जी, हम भी इनके साथ हैं। अच्छा, हाँ जी, इन्हीं की सपोर्ट में है जी, जब तक ये रहेंगे हम भी इन्हीं के साथ हैं। अच्छा, तो दुकान जैसे होती है कि ऐसे कुछ धरने लगते हैं, कारोबार खराब होता है, तो ऐसा कुछ हुआ? मैम आप बताइए, कोई दिक्कत हुई कोई इस तरह की? नहीं सर, कोई दिक्कत नहीं है, हम किसानों के साथ हैं और हमेशा रहेंगे, क्योंकि इसमें इनका भला नहीं है, पूरे देश का भला है। हाँ जी। ਤਾਂ ਦੇਖਿਆ ਤੁਸੀਂ, ਇਹ ਜਿਹੜਾ ਹੈ ਲੋਕਾਂ ਦਾ ਪਿਆਰ ਹੈ ਜਿਹੜਾ ਇੱਥੇ ਮਿਲ ਰਿਹਾ ਉਹਨਾਂ ਨੂੰ, ਕਿਉਂਕਿ ਉਹ ਕਹਿ ਰਹੇ ਨੇ ਕਿ ਜਦੋਂ ਲੋਕ ਇੱਥੇ ਆਉਂਦੇ ਨੇ ਉਹ ਆਪਣੀ ਗੱਲ ਦੱਸਦੇ ਨੇ ਤਾਂ ਸਾਨੂੰ ਪਤਾ ਲੱਗਿਆ ਕਿ ਉਹਨਾਂ ਦੀ ਕੀ ਦਿੱਕਤਾਂ ਨੇ, ਉਹ ਆਪਣੀਆਂ ਦਿੱਕਤਾਂ ਦੇ ਲਈ ਲੜ ਰਹੇ ਨੇ, ਪਰ ਇੱਥੇ ਕਿਸੇ ਨੂੰ ਦਿੱਕਤ ਨਾ ਆਵੇ ਇਹ ਵੀ ਉਹਨਾਂ ਦੇ ਵੱਲੋਂ ਜਿਹੜਾ ਹੈ ਧਿਆਨ ਰੱਖਿਆ ਜਾ ਰਿਹਾ। ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਨੇ, ਸਾਰੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ, ਇਹਨਾਂ ਨਾਲ ਵੀ ਗੱਲ ਕਰਦੇ हैं। भैया क्या नाम है आपका? मेरा नाम रोहतास है। रोहताब जी, यहाँ पे दुकान चला रहे हैं आप, धरना चल रहा है, तो इसमें क्या दिक्कत परेशानी आप? नहीं सर, कोई दिक्कत नहीं है, यहाँ पे बहुत बढ़िया है जी, कोई दिक्कत नहीं है, तो अच्छा है ना, कोई हमें परेशानी भी नहीं। कारोबार में कोई दिक्कत? कारोबार में कोई दिक्कत नहीं है। अच्छा, और अच्छे लोग आ रहे हैं, हमें तो कोई परेशान नहीं कर रहा है यहाँ पे, अच्छा खासा काम चल रहा है, ना कोई दुख ना परेशानी, कोई दिक्कत नहीं, ना हम लोग गलत भी नहीं बोल रहे हैं। अच्छा, तो यहाँ पे पंजाब से बहुत सारे लोग हैं, तो पंजाबी भी समझ आने लगी होगी अब? हाँ, पंजाबी सब लोग यहाँ पे आए हैं, सब बहुत बढ़िया जगह रहे ना, किसी तोड़ फाड़ किसी की नहीं कर रहे हैं, आराम से धरना में बैठे हैं, आए जा रहे हैं, घूम रहे हैं, कोई दिक्कत नहीं। ਤਾਂ ਇਹ ਜਿਹੜੀ ਹੈ ਇੱਕ ਸੁਨੇਹਾ ਉਹਨਾਂ ਲੋਕਾਂ ਨੂੰ ਜਿਹੜੇ ਕਿਤੇ ਨਾ ਕਿਤੇ ਗਲਤ ਮੈਸੇਜ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇੱਥੇ ਕੋਈ ਦਿੱਕਤ ਹੋ ਰਹੀ ਹੈ, ਪਰ ਇੱਥੇ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੈ। ਹਾਂ, ਉਹਨਾਂ ਸਰਕਾਰਾਂ ਨੂੰ ਦਿੱਕਤ ਜ਼ਰੂਰ ਹੈ ਜਿਨ੍ਹਾਂ ਦੇ ਹੁਣ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਮੁਸ਼ਕਿਲਾਂ ਆ ਕੇ ਇਸ ਕਰਕੇ ਖੜੀਆਂ ਹੋਈਆਂ ਨੇ ਕਿਉਂਕਿ ਕਿਸਾਨਾਂ ਨੇ ਆਪਣੀ ਮੰਗ ਜਿਹੜੀ ਹੈ ਉਹ ਪੱਕੀ ਕੀਤੀ ਹੋਈ ਹੈ। ਇੱਕੋ ਹੀ ਮੰਗ ਹੈ ਕਿ ਕਾਨੂੰਨ ਰੱਦ ਹੋਣੇ ਚਾਹੀਦੇ, ਤੇ ਉਸ ਮੰਗ ਤੋਂ ਘੱਟ ਉਹਨਾਂ ਨੂੰ ਕੁਝ ਵੀ ਮਨਜ਼ੂਰ ਨਹੀਂ ਹੈ। ਸਰਕਾਰ ਨਾਲ ਪੰਗਾ ਜ਼ਰੂਰ ਹੈ, ਪਰ ਇੱਥੇ ਲੋਕਾਂ ਦੇ ਨਾਲ, ਦੁਕਾਨਦਾਰਾਂ ਦੇ ਨਾਲ, ਇੱਥੋਂ ਦੇ ਵਾਸੀਆਂ ਦੇ ਨਾਲ ਕੋਈ ਪੰਗਾ ਨਹੀਂ ਹੈ, ਬਲਕਿ ਉਹ ਖੁਸ਼ ਨੇ ਅਤੇ ਉਹ ਕਹਿ ਰਹੇ ਨੇ ਕਿ ਸਾਨੂੰ ਇੱਥੇ ਆਪਣੇ ਪਰਿਵਾਰ ਵਾਂਗ ਲੱਗਣ ਲੱਗਿਆ, ਕਿਉਂਕਿ ਇੱਥੇ ਸਾਨੂੰ ਇਹ ਲੱਗਦਾ ਕਿ ਜਿਹੜੇ ਪੰਜਾਬੀ ਲੋਕ ਨੇ ਉਹ ਸਾਡੇ ਪਰਿਵਾਰ ਦੇ ਵਾਂਗ ਹੀ ਸਾਡੇ ਵਿੱਚ ਰਚ ਮਿਚ ਗਏ ਨੇ। ਕੈਮਰਾਮੈਨ ਪ੍ਰਦੀਪ ਰਾਣਾ ਦੇ ਨਾਲ ਬਲਵਿੰਦਰ ਸਿੰਘ, ਸਿੰਘੂ ਬਾਰਡਰ। ਹਰ ਪਾਸੇ ਜਿਹੜੀਆਂ ਲੋਕਾਂ ਦੀ ਜ਼ਰੂਰਤ ਦਾ ਖਿਆਲ ਰੱਖਿਆ ਜਾ ਰਿਹਾ ਹੈ। ਅਰੇ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰੂ ਕੇ ਲੰਗਰ ਦੇ ਨਾਲ ਤਾਂ ਕਿ ਹੋਰ ਵੀ ਜਿਹੜੀ ਜ਼ਿੰਦਗੀ ਦੀ ਜ਼ਰੂਰਤ ਹੈ ਉਹ ਪੂਰੀ ਹੁੰਦੀ ਰਹੇ। ਅੱਗੇ ਦਵਾਈਆਂ ਦੀ ਵੀ ਸਟਾਲ ਹੈ, ਤੇ ਇਹ ਸਟਾਲ ਕੀ ਹੈ ਇਹ ਤੁਹਾਨੂੰ ਅਸੀਂ ਦੱਸਦੇ ਹਾਂ। ਆਓ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ। ਇੱਥੇ ਲਾਈਨ ਲੱਗੀ ਹੋਈ ਹੈ ਲੋਕਾਂ ਦੀ, ਜਿਹੜੀ ਹੈ ਲੋਕਾਂ ਦੀ ਕਿਹੜੀ ਜ਼ਰੂਰਤ ਪੂਰੀ ਕੀਤੀ ਜਾ ਰਹੀ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕਾਂ ਨੂੰ ਜੋੜੇ ਵੰਡੇ ਜਾ ਰਹੇ ਨੇ। ਇਹ ਵੀ ਆਪਣੇ ਆਪ ਦੇ ਇੱਕ ਵਿੱਚ ਇੱਕ ਸੇਵਾ ਹੈ, ਕਿਉਂਕਿ ਲਗਾਤਾਰ ਲੋਕ ਇੱਥੇ ਵਿਚਰ ਰਹੇ ਨੇ ਅਤੇ ਇਸ ਕਰਕੇ ਉਹਨਾਂ ਨੂੰ ਇਹ ਜੋੜਿਆਂ ਦੀ ਜਿਹੜੀ ਕਮੀ ਨਾ ਰਵੇ, ਕਿਉਂਕਿ ਉਹਨਾਂ ਨੂੰ ਤੁਰਨਾ ਫਿਰਨਾ ਪੈਂਦਾ ਸਾਰਾ ਦਿਨ, ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਚੱਲਣ ਵਿੱਚ ਮੁਸ਼ਕਿਲ ਨਾ ਆਵੇ। ਜੇ ਉਹ ਘਰੋਂ ਚੱਲੇ ਸਨ ਤਾਂ ਕੱਪੜੇ ਜ਼ਰੂਰ ਲੈ ਕੇ ਆਏ ਹੋਣਗੇ, ਪਰ ਸ਼ਾਇਦ ਜੋੜੇ ਜ਼ਿਆਦਾ ਨਹੀਂ ਲਿਆਏ ਹੋਣਗੇ। ਤੇ ਤੁਸੀਂ ਦੇਖ ਸਕਦੇ ਹੋ ਇੱਥੇ ਡੀਐਸਜੀਐਮਸੀ ਵੱਲੋਂ ਜੋੜਿਆਂ ਦੀ ਵੀ ਸੇਵਾ ਕੀਤੀ ਜਾ ਰਹੀ ਹੈ। ਸਾਡੇ ਨਾਲ ਇੱਥੇ ਪ੍ਰਬੰਧਕ ਮੌਜੂਦ ਨੇ। ਭਾਜੀ ਕੀ ਕਹਿਣਾ ਚਾਹੁੰਦੇ ਹੋ, ਇੱਥੇ ਸੇਵਾ ਕੀਤੀ ਜਾ ਰਹੀ ਜੋੜਿਆਂ ਦੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਤਰਫੋਂ ਜੋੜਿਆਂ ਦੀ ਸੇਵਾ ਆਈ ਹੈ। ਸਾਡੇ ਕੋਲ ਕੋਈ ਸੱਜਣ 5000 ਜੋੜੇ ਦੇ ਗਿਆ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜਿੰਨੇ ਕਿਸਾਨ ਨੇ ਹਰ ਘਰ ਵਿੱਚ ਇੱਕ ਇੱਕ ਜੋੜਾ ਪਾਉਣਾ ਚਾਹੀਦਾ। ਲੋੜਵੰਦਾਂ ਨੂੰ ਜੋੜਾ ਦਿਓ। ਜੈਕਟਾਂ ਵੀ ਸਾਡੇ ਕੋਲ ਆਈਆਂ, ਸਾਡੇ ਕੋਲ ਹੋਰ ਟੀ-ਸ਼ਰਟਾਂ ਵੀ ਆਈਆਂ। ਅਸੀਂ ਗੁਰਦੁਆਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਜਿਹੜੇ ਲੋੜਵੰਦ ਨੇ, ਤੁਸੀਂ ਦੇਖ ਰਹੇ ਹੋ ਕਿੰਨਾ ਰਸ਼ ਹੋ ਗਿਆ। ਹਰ ਬੰਦੇ ਨੂੰ ਜ਼ਰੂਰਤ ਹੈ ਅੱਜ ਚੱਪਲ ਦੀ, ਔਰ ਅਸੀਂ ਤਰੀਕੇ ਸੇ ਸਭ ਨੂੰ ਨੰਬਰ ਵਾਈਜ਼ ਦੇ ਰਹੇ ਹਾਂ ਚੱਪਲਾਂ। ਦਿਖਾਣਾ ਚਾਹਾਂਗੇ, ਤਸਵੀਰਾਂ 'ਚ ਦਿਖਾਉਣਾ ਚਾਹਾਂਗੇ ਕਿਸ ਕਦਰ ਜਿਹੜਾ ਹੈ ਲੋਕ ਇਹ ਆ ਰਹੇ ਨੇ ਇੱਥੇ ਜੋੜੇ ਲੈਣਾ ਚਾਹੁੰਦੇ ਨੇ, ਕਿਉਂਕਿ ਇਹ ਬਹੁਤ ਬੇਸਿਕ ਜ਼ਰੂਰਤ ਹੈ। ਸ਼ਾਇਦ ਇਸ ਵੱਲ ਜੇ ਕਿਸੇ ਨੇ ਪਹਿਲਾਂ ਧਿਆਨ ਨਹੀਂ ਦਿੱਤਾ ਸੀ ਤਾਂ ਇਸ ਦੇ ਵੱਲ ਵੀ ਧਿਆਨ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ। ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਸੰਘਰਸ਼ ਲਗਾਤਾਰ ਜਾਰੀ ਹੈ। ਲਗਾਤਾਰ ਦਿਨ ਰਾਤ ਕਿਸਾਨ ਡਟੇ ਹੋਏ ਨੇ ਔਰ ਵੱਖ-ਵੱਖ ਤਰ੍ਹਾਂ ਦੇ ਨਾਲ ਵੱਖ-ਵੱਖ ਵਰਗਾਂ ਦੇ ਵੱਲੋਂ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਇਸ ਸੰਘਰਸ਼ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਤਸਵੀਰਾਂ ਤੁਹਾਨੂੰ ਵਿਖਾਉਣ ਵਾਸਤੇ ਜਾ ਰਹੇ ਹਾਂ ਕਿ ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਜਿਹੜੇ ਕਿ ਖੇਡਾਂ ਦੇ ਮੈਦਾਨ ਦੇ ਵਿੱਚ ਰੇਡਾਂ ਪਾਉਂਦੇ ਨਜ਼ਰ ਆਉਂਦੇ ਨੇ, ਪੱਟਾਂ ਤੇ ਥਾਪੀਆਂ ਮਾਰਦੇ ਨਜ਼ਰ ਆਉਂਦੇ ਨੇ, ਅੱਜ
ਇਸ ਸੰਘਰਸ਼ ਦੇ ਵਿੱਚ ਇੱਕ ਵਿਲੱਖਣ ਕਿਸਮ ਦੀ ਸੇਵਾ ਇਹਨਾਂ ਦੇ ਵੱਲੋਂ ਨਿਭਾਈ ਜਾ ਰਹੀ ਹੈ। ਜਿਹੜੇ ਲੋਕ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਕੱਪੜੇ ਧੋਣ ਦੀ ਸੇਵਾ ਇਹਨਾਂ ਖਿਡਾਰੀਆਂ ਦੇ ਵੱਲੋਂ ਇੱਥੇ ਕੀਤੀ ਜਾ ਰਹੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 2 ਵਾਸ਼ਿੰਗ ਮਸ਼ੀਨਾਂ ਇੱਥੇ ਰੱਖੀਆਂ ਗਈਆਂ ਨੇ ਔਰ ਪਰਲੇ ਪਾਸੇ ਜਿਹੜੇ ਕੱਪੜੇ ਧੋਤੇ ਜਾਂਦੇ ਨੇ ਜਾਂ ਜਿਹੜੇ ਧੋਣ ਵਾਸਤੇ ਆਉਂਦੇ ਨੇ ਉਹ ਬਕਾਇਦਾ ਲਿਫਾਫਿਆਂ ਦੇ ਵਿੱਚ ਗੰਢ ਮਾਰ ਕੇ ਰੱਖੇ ਜਾਂਦੇ ਨੇ। ਉਹਨਾਂ ਦੇ ਉੱਪਰ ਬਕਾਇਦਾ ਨਾਮ ਲਿਖੇ ਜਾਂਦੇ ਨੇ, ਪਿੰਡ ਦੇ ਨਾਮ ਲਿਖੇ ਜਾਂਦੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਕੱਪੜੇ ਦੀ ਕੋਈ ਮਿਸਪਲੇਸਿੰਗ ਨਾ ਹੋ ਸਕੇ, ਕਿਸੇ ਦਾ ਕੋਈ ਕੱਪੜਾ ਨਾ ਗਵਾਚੇ ਔਰ ਜਿਸ ਦਾ ਕੱਪੜਾ ਹੈ ਉਸ ਦੇ ਤੱਕ ਉਹ ਸਹੀ ਸਲਾਮਤ ਪਹੁੰਚ ਸਕੇ। ਬਕਾਇਦਾ ਉੱਪਰ ਮੋਬਾਈਲ ਨੰਬਰ ਤੱਕ ਵੀ ਲਿਖੇ ਜਾਂਦੇ ਨੇ। ਸੋ ਬੜੀ ਵੱਡੀ ਸੇਵਾ ਇਹਨਾਂ ਨੌਜਵਾਨਾਂ ਦੇ ਵੱਲੋਂ ਇੱਥੇ ਨਿਭਾਈ ਜਾ ਰਹੀ ਹੈ ਕਿਉਂਕਿ ਪਿਛਲੇ ਤਕਰੀਬਨ 12-13 ਦਿਨ ਹੋ ਚਲੇ ਨੇ ਜਿਹੜੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਇੱਥੇ ਪਹੁੰਚੇ ਨੇ ਉਹ ਦਿਨ ਰਾਤ ਇੱਥੇ ਡਟੇ ਹੋਏ ਨੇ ਔਰ ਉਹਨਾਂ ਕਿਸਾਨਾਂ ਨੂੰ ਜਿਹੜੇ ਸਾਫ਼ ਕੱਪੜੇ ਪਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਘਰਾਂ ਤੋਂ ਦੂਰ ਬੈਠੇ ਨੇ। ਸਰਦੀ ਦਾ ਮੌਸਮ ਹੈ, ਕੱਪੜੇ ਜਦੋਂ ਗੰਦੇ ਹੁੰਦੇ ਨੇ ਤਾਂ ਫਿਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣਦੇ ਨੇ। ਪਰ ਇੱਥੇ ਇਹਨਾਂ ਨੌਜਵਾਨਾਂ ਦੇ ਵੱਲੋਂ ਇੱਕ ਵਿਸ਼ੇਸ਼ ਸੇਵਾ ਨਿਭਾਈ ਜਾ ਰਹੀ ਹੈ। ਪਿਛਲੇ ਕਿੰਨੇ ਦਿਨ ਤੋਂ ਸੇਵਾ ਚੱਲ ਰਹੀ ਹੈ ਇਸ ਬਾਰੇ ਵਿੱਚ ਵੀ ਗੱਲਬਾਤ ਕਰਾਂਗੇ ਔਰ ਕਿਵੇਂ ਇਹ ਸੇਵਾ ਕਰਨ ਦਾ ਜ਼ਿਹਨ ਦੇ ਵਿੱਚ ਆਇਆ ਉਹ ਵੀ ਤੁਹਾਨੂੰ ਦੱਸਾਂਗੇ। ਸਾਡੇ ਨਾਲ ਉੱਗੇ ਖੇਡ ਪ੍ਰਮੋਟਰ ਔਰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਸੈਕਟਰੀ ਟੋਨੀ ਰੁਕਾ ਸਾਹਿਬ ਹੈਗੇ ਨੇ। ਟੋਨੀ ਭਾਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਵਿਲੱਖਣ ਸੇਵਾ ਕਿਵੇਂ ਤੁਹਾਡੇ ਜ਼ਿਹਨ ਦੇ ਵਿੱਚ ਆਇਆ ਕਿਉਂਕਿ ਤੁਹਾਡੇ ਵੱਲੋਂ ਸਾਰਾ ਇਹ ਜਿਹੜਾ ਪ੍ਰਬੰਧ ਵੇਖੇ ਜਾ ਰਹੇ ਨੇ, ਕਿਵੇਂ ਮਨ ਦੇ ਵਿੱਚ ਆਇਆ ਕਿ ਇਹ ਜਿਹੜੀ ਸੇਵਾ ਕੀਤੀ ਜਾਵੇ? ਹਾਂਜੀ, ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਜੀ ਵੀ ਪਿਛਲੇ 26 ਤਰੀਕ ਤੋਂ ਆਪਾਂ ਪਹਿਲੇ ਦਿਨ ਇਸੇ 27 ਨੂੰ ਇੱਥੇ ਐਂਟਰ ਕੀਤੇ, 26 ਤੋਂ ਚੱਲੇ ਸੀ, ਪਾਣੀਪਤ ਸਟੇ ਕੀਤਾ ਸੀ ਰਾਤ ਨੂੰ। ਉਸ ਤੋਂ ਬਾਅਦ ਜਦੋਂ ਆਏ ਇੱਥੇ ਤਾਂ ਪਹਿਲੇ ਦਿਨ ਤਾਂ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਤੇ ਸਿਰਫ ਥੋੜ੍ਹੇ ਜਿਹਾ ਫਿਰ ਮੰਗੀ ਹੋਣਾ ਨੂੰ ਮੈਂ ਇੱਥੇ ਛੱਡ ਕੇ ਤੇ ਅਸੀਂ ਪਿੰਡੋਂ ਰਸਤ ਲੈਣ ਗਏ ਤੇ ਮਨਜਿੰਦਰ ਸੀਚੇ ਵਾਲੇ ਉਹ ਵੀ ਆਪਣੇ ਪਿੰਡੋਂ ਰਸਤ ਲੈ ਕੇ ਆ। ਫਿਰ ਸ਼ੁਰੂ ਕੀਤਾ ਕਾਫਲਾ ਜੀ, ਪਹਿਲਾਂ ਲੰਗਰ ਸ਼ੁਰੂ ਕੀਤੇ। ਲੰਗਰਾਂ ਤੋਂ ਬਾਅਦ ਫਿਰ ਜਿੱਦਾਂ ਜ਼ਰੂਰਤਾਂ ਮਹਿਸੂਸ ਹੋਈਆਂ ਬੰਦਿਆਂ ਨੂੰ ਵੀ ਇੱਥੇ ਕੱਪੜੇ ਧੋਣ ਦਾ ਵੀ ਹੋਣਾ ਚਾਹੀਦਾ ਤਾਂ ਸਾਡਾ ਵੀਰ ਨੇਕਾ ਮਾਲੂਪੁਰੀਆ ਉਹ ਆਪਣੇ ਸਾਥੀਆਂ ਦੇ ਨਾਲ ਕਬੱਡੀ ਖਿਡਾਰੀਆਂ ਦੇ ਨਾਲ ਤੇ ਇੱਥੇ ਸਾਰੀਆਂ ਮਸ਼ੀਨਾਂ ਪਿੰਡੋਂ ਲੈ ਕੇ ਆਇਆ, ਸੈਟਅਪ ਕੀਤਾ ਉਹਨੇ ਤੇ ਲੋਕਾਂ ਨੂੰ ਕਿਸੇ ਦੀ ਪ੍ਰੋਬਲਮ ਨਾ ਆਵੇ ਤੇ ਇਸੇ ਵਜ੍ਹਾ ਕਰਕੇ ਇਹ ਸਾਰਾ ਸੈਟਅਪ ਕੀਤਾ। ਇਕੱਲੀਆਂ ਮਸ਼ੀਨਾਂ ਹੀ ਨਹੀਂ, ਇੱਥੇ ਉਹ ਟੁੱਥਪੇਸਟ, ਅੰਡਰਗਾਰਮੈਂਟਸ, ਮਤਲਬ ਸਾਰੀਆਂ ਚੀਜ਼ਾਂ ਜਿਹੜੀਆਂ ਬੇਸਿਕ ਨੀਡ ਦੀਆਂ ਮੁਹੱਈਆ ਕਰਵਾ ਰਹੇ ਆ। ਖਿਡਾਰੀਆਂ ਦੇ ਵੱਲੋਂ ਇਹ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਲਗਾਤਾਰ, ਨਾ ਸਿਰਫ ਪੰਜਾਬ ਦੇ ਬਲਕਿ ਹਰਿਆਣੇ ਦੇ ਵੀ ਜਿਹੜੇ ਚੋਟੀ ਦੇ ਖਿਡਾਰੀ ਹੈਗੇ ਨੇ ਔਰ ਸਾਰੇ ਜਿਹੜੇ ਖਿਡਾਰੀ ਨੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਨੇ, ਕੋਈ ਛੋਟੇ-ਮੋਟੇ ਖਿਡਾਰੀ ਨਹੀਂ ਹੈਗੇ। ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ। ਭਾਜੀ, ਥੋੜਾ ਸਾਨੂੰ ਦੱਸੋਗੇ ਕਿ ਕਿੰਨੇ ਕੁ ਘੰਟੇ ਰੋਜ਼ ਇਹ ਜਿਹੜੀ ਸੇਵਾ ਨਿਭਾਈ ਜਾਂਦੀ ਹੈ ਔਰ ਕਿੰਨੇ ਕੁ ਲੋਕ ਤੁਹਾਡੇ ਤੱਕ ਰੋਜ਼ ਆ ਜਾਂਦੇ ਨੇ ਕੱਪੜੇ ਦੇਣ ਵਾਸਤੇ? ਅਸੀਂ ਕੱਪੜੇ ਤਕਰੀਬਨ 6 ਵਜੇ ਆਪਾਂ ਸਵੇਰ ਨੂੰ ਸ਼ੁਰੂ ਹੋ ਜਾਂਦਾ ਕਿਉਂਕਿ ਸਾਡੇ ਬਿਸਤਰੇ ਵੀ ਇੱਥੇ ਲਾਗੇ ਲੱਗੇ, ਇੱਥੇ ਹੀ ਸੌਂ ਜਾਂਦਾ ਤੇ ਇੱਥੇ ਸਵੇਰ ਨੂੰ ਉੱਠ ਕੇ ਸੇਵਾ ਕਰਨ ਲੱਗ ਪਈਦਾ ਤੇ ਜਦ ਤੱਕ ਸਾਰੇ ਕੱਪੜੇ ਹੀ ਧੋਂਦੇ ਨਹੀਂ ਤਾਂ ਉਦੋਂ ਤੱਕ ਸੌਂ ਜਾਂਦਾ ਨਹੀਂ ਹੈ ਨਾ। ਤਕਰੀਬਨ 2000 ਜੋੜੀ ਕੱਪੜਾ ਆਪਾਂ ਇੱਥੇ ਧੋ ਦਈਦਾ ਡੇਲੀ ਤੇ ਸਾਡੇ ਕੋਲ ਮੋਬਾਈਲ ਚਾਰਜਰ 50 ਤੋਂ 60 ਮੋਬਾਈਲ ਚਾਰਜ ਵੀ ਤੁਸੀਂ ਕਰ ਸਕਦੇ ਆ ਤੇ ਸਾਡੇ ਕੋਲ ਤੁਸੀਂ ਬਿਸਤਰੇ ਵੀ ਪਏ ਆ, ਸਾਡੇ ਕੋਲ ਕੋਲਗੇਟ, ਬੁਰਸ਼ ਜਾਂ ਨੇਲ ਕੱਟਰ ਹੁਣ ਜ਼ਿਆਦਾ ਤੁਹਾਨੂੰ ਪਤਾ ਹਫ਼ਤੇ ਤੋਂ ਉੱਪਰ ਦਾ ਹੋ ਗਿਆ, ਨੌਂ ਵੀ ਸਾਰਿਆਂ ਦੇ ਕੱਟਣੇ ਜ਼ਰੂਰੀ ਆ, ਉਹ ਨੇਲ ਕੱਟਰ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਆ ਨਾ। ਤੇ ਬਾਕੀ ਜ਼ਰੂਰ ਦਾ ਇਹ ਨਹੀਂ ਆਪਾਂ ਨੂੰ ਮਹਿਸੂਸ ਨਹੀਂ ਹੋਣਾ ਚਾਹੀਦਾ ਵੀ ਆਪਾਂ ਘਰ ਤੋਂ ਬਾਹਰ ਰਹਿੰਦੇ ਆ ਵੀ ਸਾਨੂੰ ਕੋਈ ਚੀਜ਼ ਮਿਲ ਨਹੀਂ ਰਹੀ, ਉਹ ਸਾਰੀਆਂ ਚੀਜ਼ਾਂ ਆਪਾਂ ਇੱਥੇ ਅਪਲਾਟ ਕਰਾ ਰਹੇ ਆ ਸਾਰਿਆਂ ਨੂੰ। ਹਾਂਜੀ, ਟੋਨੀ ਭਾਈ ਨੇ ਦੱਸਿਆ ਸੀ ਕਿ ਬਹੁਤ ਸਾਰੇ ਖਿਡਾਰੀ ਆ ਜਿਹੜੇ ਸਟੇਜ ਵਾਲੇ ਪਾਸੇ ਨੇ, ਡਿਸਪਲਿਨ ਜਿਹੜਾ ਸਾਰਾ ਵੇਖਣਾ ਉਸ ਪਾਸੇ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ। ਭਾਜੀ, ਥੋੜ੍ਹਾ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿਹੜੇ ਨਾਮੀ ਖਿਡਾਰੀ ਹੈਗੇ ਨੇ ਜਿਹੜੇ ਇੱਥੇ ਆ ਕੇ ਲਗਾਤਾਰ ਤੁਹਾਡੇ ਨਾਲ ਪਿਛਲੇ ਦਿਨਾਂ ਤੋਂ ਜੁੜੇ ਨੇ, ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ? ਭਾਈ ਹੁਣ ਮੈਂ ਇਹਦੇ ਵਿੱਚ ਕਿਸੇ ਇੱਕ ਜਾਂ ਦੋ ਦਾ ਨਾਮ ਲਵਾਂ ਉਹ ਜਾਇਜ਼ ਗੱਲ ਨਹੀਂ ਹੈ ਨਾ। ਸਾਰੀਆਂ ਖੇਡਾਂ ਦੇ ਸੁਪਰਸਟਾਰ ਪਲੇਅਰ ਚਾਹੇ ਹਰਿਆਣੇ ਦੇ ਹੋਣ ਤੇ ਚਾਹੇ ਪੰਜਾਬ ਦੇ ਹੋਣ, ਕਬੱਡੀ ਰੈਸਲਰ ਸਾਰੇ ਇੱਥੇ ਪਹੁੰਚਦੇ ਆ ਤੇ ਇੰਨਾ ਜ਼ਰੂਰ ਆ ਵੀ ਅਸੀਂ ਜਿਹੜੇ 4-5 ਬੰਦੇ ਆ ਅਸੀਂ ਪੱਕੇ ਇੱਥੇ ਬੈਠੇ ਆ ਤੇ ਬਾਕੀ ਇੱਦਾਂ ਰੋਟੇਸ਼ਨ ਵਾਈਜ਼ 3-4 ਦਿਨ ਸੇਵਾ ਕਰਕੇ ਮੁੜ ਜਾਂਦੇ, ਕੋਈ 2 ਦਿਨ ਕਰਕੇ ਮੁੜ ਜਾਂਦਾ, ਪਰ ਆਉਂਦੇ ਸਾਰੇ ਹੀ ਆ। ਤੇ ਇੱਕ ਮਤਲਬ ਇਹ ਜਿਹੜਾ ਐਸਟੈਬਲਿਸ਼ਮੈਂਟ ਹੋਈ ਆ, ਅਸੀਂ KFC ਵਾਲੇ ਜਿਹੜਾ ਕੰਪਲੈਕਸ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਨੂੰ ਬਿਜਲੀ, ਪਾਣੀ ਸਭ ਕੁਝ ਮੁਹੱਈਆ ਕਰਵਾ ਰਹੇ ਆ। ਅੰਦਰ ਰਾਸ਼ਨ ਜਿਹੜਾ ਸਾਰਾ ਅੰਦਰ ਰੱਖਿਆ ਉਹਦੇ ਵਾਸਤੇ ਸਾਨੂੰ ਜਗ੍ਹਾ ਦਿੱਤੀ ਆ। ਇਹਨਾਂ ਦੇ ਸਹਿਯੋਗ ਤੋਂ ਬਿਨਾਂ ਇਹ ਸਾਰਾ ਕੁਝ ਹੋਣਾ ਨਹੀਂ ਸੀ। ਤਾਂ ਵਾਕਈ ਜਿਹੜਾ ਖਿਡਾਰੀਆਂ ਦਾ, ਨੌਜਵਾਨਾਂ ਦਾ ਇਹ ਜਜ਼ਬਾ ਵਾਕਈ ਇਹ ਸ਼ਲਾਘਾਯੋਗ ਹੈਗਾ। ਸੋ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਦੇ ਆ ਤਸਵੀਰ ਦੇ ਨਾਲ ਕਿ ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨਾਂ ਲੱਗੀਆਂ ਹੋਈਆਂ ਨੇ, ਕੱਪੜੇ ਧੋਤੇ ਜਾ ਰਹੇ ਨੇ, ਸਰਫਾਂ ਇੱਥੇ ਪਈਆਂ ਨੇ। ਉਸ ਤੋਂ ਇਲਾਵਾ ਰੋਜ਼ਮਰਰਾ ਦੇ ਵਾਸਤੇ ਜਿਹੜਾ ਜ਼ਰੂਰਤ ਦਾ ਸਮਾਨ ਹੁੰਦਾ ਜਿਵੇਂ ਕਿ ਟੁੱਥਬ੍ਰਸ਼ ਹੈਗੇ ਨੇ, ਟੁੱਥਪੇਸਟ ਹੈਗੀ ਹੈ, ਓਡੋਮਾਸ ਹੈ ਔਰ ਹੋਰ ਤਮਾਮ ਜਿਹੜੀਆਂ ਜਿਵੇਂ ਇਹਨਾਂ ਨੇ ਦੱਸਿਆ ਸੀ ਕਿ ਸਾਬਣ ਹੈਗੇ ਨੇ, ਨੇਲ ਕਟਰ ਚਾਹੇ ਹੈਗੇ ਨੇ, ਸਾਰੀਆਂ ਚੀਜ਼ਾਂ ਇੱਥੋਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਈਵਨ ਕਿ ਕੁਝ ਲੋਕਾਂ ਦੇ ਜੇਕਰ ਫੋਨ ਜੇ ਕਿਸੇ ਨੇ ਚਾਰਜ ਕਰਨੇ ਹੋਣ ਤਾਂ ਉਹ ਵੀ ਉਸ ਦੇ ਵਾਸਤੇ ਵਿਸ਼ੇਸ਼ ਤੌਰ ਤੇ ਇੱਥੇ ਪ੍ਰਬੰਧ ਕੀਤਾ ਗਿਆ। ਸੋ ਖੇਡਾਂ ਦੇ ਮੈਦਾਨ ਦੇ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀ ਇਸ ਸੰਘਰਸ਼ ਦੇ ਵਿੱਚ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਔਰ ਇਹਨਾਂ ਖਿਡਾਰੀਆਂ ਦਾ ਜਜ਼ਬਾ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਇਹੀ ਆਖਿਆ ਕਿ ਜੇਕਰ ਇਹ ਸੰਘਰਸ਼ ਮੁੰਬਈ ਦੇ ਵਿੱਚ ਹੁੰਦਾ ਜਾਂ ਹੋਰ ਕਿਤੇ ਵੀ ਹੁੰਦਾ ਤਾਂ ਉੱਥੇ ਜਾ ਕੇ ਵੀ ਇਹਨਾਂ ਖਿਡਾਰੀਆਂ ਨੇ ਇਸੇ ਤਰੀਕੇ ਨਾਲ ਹੀ ਆਪਣੀ ਸੇਵਾ ਨਿਭਾਉਣੀ ਸੀ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸ ਮਸੀਹ, PTC ਨਿਊਜ਼, ਕੁੰਡਲੀ।
ਨਗਾੜਾ ਵੱਜ ਚੁੱਕਿਆ ਹੈ ਤੇ ਸੁਨੇਹਾ ਦਿੰਦਾ ਹੈ ਕਿ ਬਾਜਾਂ ਵਾਲਿਆ ਬਾਜ ਨੂੰ ਭੇਜ, ਮੁੜ ਕੇ ਤਿੱਤਰ ਉਡਾਰੀਆਂ ਮਾਰਦੇ ਨੇ। ਇਹ ਬਾਜ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ। ਜਦੋਂ ਤੁਸੀਂ ਸਿੰਘੂ ਬਾਰਡਰ ਤੇ ਪਹੁੰਚੋਗੇ ਤਾਂ ਇਹ ਬਾਜ ਇੱਥੇ ਹੀ ਬੈਠਾ ਨਜ਼ਰ ਆਵੇਗਾ। ਨਿਹੰਗ ਸਿੰਘ ਜਿਹੜੇ ਹੈਗੇ ਆ ਉਹ ਇਹ ਬਾਜ ਨੂੰ ਲੈ ਕੇ ਪਹੁੰਚੇ ਨੇ ਤੇ ਦੇਖ ਸਕਦੇ ਹੋ ਨੌਜਵਾਨ ਵੀ ਲਗਾਤਾਰ ਇੱਥੇ ਡਟੇ ਹੋਏ ਨੇ। ਜਿਹੜਾ ਅੱਜ ਕੇਂਦਰੀ ਮੰਤਰੀਆਂ ਵੱਲੋਂ ਬਿਆਨ ਆਇਆ ਕਿ ਇਹ ਜਿਹੜਾ ਅੰਦੋਲਨ ਹੈਗਾ ਐਂਟੀ ਨੈਸ਼ਨਲ ਹੈਗਾ, ਇਸ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ, ਇਸ ਦੇ ਪਿੱਛੇ ਚਾਈਨਾ ਦਾ ਹੱਥ ਹੈ, ਤਾਂ ਉਹਨਾਂ ਨੂੰ ਜਵਾਬ ਦੇਣ ਦੇ ਲਈ ਲਿਖਿਆ ਹੈਗਾ ਹਮ ਕਿਸਾਨ ਹੈ, ਆਤੰਕਵਾਦੀ ਨਹੀਂ ਹੈ। ਮਤਲਬ ਅਸੀਂ ਵੱਖਵਾਦੀ ਨਹੀਂ, ਅਸੀਂ ਖਾਲਿਸਤਾਨੀ ਨਹੀਂ, ਅਸੀਂ ਹੱਕਵਾਦੀਆਂ, ਹੱਕਾਂ ਦੀ ਲੜਾਈ ਲੜਨ ਆਏ ਆ। ਨੌਜਵਾਨ ਨੇ ਸਾਡੇ ਨਾਲ ਅੱਜ ਕੇਂਦਰੀ ਮੰਤਰੀ ਕਹਿੰਦੇ ਨੇ ਕਿ ਤੁਸੀਂ ਖਾਲਿਸਤਾਨੀ ਹੋ, ਤੁਸੀਂ ਵੱਖਵਾਦੀ ਹੋ, ਤੁਹਾਡੇ ਪਿੱਛੇ ਚਾਈਨਾ ਕੰਮ ਕਰ ਰਿਹਾ ਹੈ, ਪਾਕਿਸਤਾਨ ਕੰਮ ਕਰ ਰਿਹਾ ਹੈ। ਅਸੀਂ ਤਾਂ ਉਹ ਕਹਿੰਦੇ ਕਿ ਮੰਤਰੀ ਵੀ ਨਹੀਂ ਹੈਗੇ, ਤੁਸੀਂ ਉਹ ਵੀ ਮੰਨ ਲਓ ਫਿਰ। ਜਾਓ ਸਾਨੂੰ ਅੱਤਵਾਦੀ ਕਹਿ ਸਕਦੇ, ਅਸੀਂ ਉਹ ਵੀ ਕਹਿੰਦੇ ਉਹ ਮੰਤਰੀ ਨਹੀਂ ਹੈਗੇ। ਠੀਕ ਹੈ ਜੀ, ਮੁੱਦਾ ਤੇ ਇਹੀ ਖੜਾ ਕਰਦੇ ਆ। ਇਹ ਬਸ ਉਹੀ ਬਸ ਮੁੱਦਾ ਚੱਕੀ ਜਾਂਦੇ, ਕੋਈ ਦਾ ਖਾਲਿਸਤਾਨ ਦਾ ਮੁੱਦਾ ਚੱਕੀ ਜਾਂਦੇ। ਜਦੋਂ ਅਸੀਂ ਉਹਦਾ ਹੱਕ ਲੈਣ ਆਏ ਆ ਤੇ ਸਾਨੂੰ ਅੱਤਵਾਦੀਏ ਕਹਿਤਾ ਹੈ, ਤੇ ਉਹ ਪਹਿਲਾਂ ਕਿੱਧਰ ਗਿਆ ਸੀ? ਅੱਤਵਾਦੀ ਕਹਿਤਾ ਹੈ। ਜਦੋਂ ਵੋਟਾਂ ਪਾਈਆਂ ਸੀ ਜੀ, ਉਦੋਂ ਅੱਤਵਾਦੀ ਕਿਉਂ ਨਹੀਂ ਕਿਹਾ ਗਿਆ ਜ਼ਿਮੀਂਦਾਰਾਂ ਨੂੰ? ਉਦੋਂ ਅੱਤਵਾਦੀ ਕਹਿ ਕੇ ਵੋਟਾਂ ਲੈਂਦੇ। ਅੱਜ ਅਸੀਂ ਆਪਦਾ ਹੱਕ ਮੰਗਣ ਆਏ ਪੰਜਾਬ ਦੇ ਵਿੱਚ। ਅੱਜ ਦਿੱਲੀ ਹੱਕ ਮੰਗਣ ਆਏ। ਪੰਜਾਬ ਵਾਲੇ ਬੰਦੇ ਜੋ ਵੀ ਹੈਗੇ ਸਾਰੇ, ਨਿੱਕੇ ਮੋਟੇ ਬੱਚੇ ਵੀ, ਜ਼ਿਮੀਂਦਾਰ ਵੀ, ਬਜ਼ੁਰਗ ਆਏ ਠੰਡ 'ਚ ਬੈਠੇ ਆਪਦਾ ਹੱਕ ਮੰਗਦੇ। ਅੱਜ ਇਹਨਾਂ ਨੂੰ ਅੱਤਵਾਦੀ ਦਿਸਣ ਲੱਗ ਪਿਆ ਜੀ। ਇੱਕ ਛੋਟੀ ਜਿਹੀ ਤਸਵੀਰ ਮੈਂ ਉੱਪਰ ਜਾ ਕੇ ਬਾਜ ਦੇ ਨੇੜੇ ਤੋਂ ਦਿਖਾ ਦਿਆਂ, ਕਿਉਂਕਿ ਜਿਹੜੇ ਘਰ ਬੈਠੇ ਦਰਸ਼ਕ ਨੇ ਜਾਂ ਕਿਸਾਨ ਬੈਠੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਖਾਲਸਾ ਜਿਹੜਾ ਹੈਗਾ ਉਹ ਜਿੱਤ ਵੱਲ ਵੱਧ ਰਿਹਾ ਹੈਗਾ। ਤੇ ਇਹ ਜਿਹੜਾ ਬਾਜ ਆ ਇਹ ਵੀ ਜਿੱਤ ਦਾ ਪ੍ਰਤੀਕ ਹੈ ਤੇ ਜਿੱਤ ਹੀ ਇਸ ਨੂੰ ਅੱਗੇ ਜਾਣ ਦੀ ਜਿਹੜੀ ਹੈ ਉਹ ਤਿਆਰੀ ਹੋ ਚੁੱਕੀ ਹੈ। ਇਹ ਬਾਜ ਦੀ ਤਸਵੀਰ ਦੇਖ ਸਕਦੇ ਹੋ, ਬਾਜ ਬੈਠਾ ਹੋਇਆ ਤੇ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਜ਼ਿਕਰ ਕਰਦੇ ਹਾਂ ਤਾਂ ਬਾਜ ਦਾ ਜ਼ਿਕਰ, ਘੋੜੇ ਦਾ ਜ਼ਿਕਰ ਆਪਣੇ ਆਪ ਹੋ ਜਾਂਦਾ ਹੈ। ਬਾਬਾ ਜੀ ਕਿੱਥੋਂ ਆਏ ਹੋ? ਫਿਰੋਜ਼ਪੁਰ ਤੋਂ ਜੀ। ਅੱਛਾ, ਇਹ ਬਾਜ ਨੂੰ ਲੈ ਕੇ ਆਉਣ ਦਾ ਮਕਸਦ ਕੀ ਰਿਹਾ? ਬਸ ਇਹੋ ਹੀ ਆ, ਜਿਹੜਾ ਮੋਦੀ ਦੇ ਖਿਲਾਫ ਜਿਹੜਾ ਧਰਨਾ ਲਾਇਆ ਅਸੀਂ, ਇਹ ਬਾਜਾਂ ਵਾਲੇ ਬਾਜ ਨੇ ਬਦਲਾ ਲੈਣਾ। ਇਹ ਜੀ ਇਹ ਗੁਲਾਮ ਨਹੀਂ ਰਹਿੰਦਾ, ਪਹਿਲੀ ਗੱਲ। ਹਾਂ ਹਾਂ, ਆ ਜਾ ਆ ਜਾ। ਗੁਲਾਮ ਨਹੀਂ ਰਹਿੰਦਾ ਜੀ ਇਹ। ਨੰਬਰ 2 ਤੇ ਇਹ ਆਪਦਾ ਸ਼ਿਕਾਰ ਮਾਰ ਕੇ ਆਪ ਕਰੂਗਾ। ਐਵੇਂ ਨਹੀਂ, ਇੱਥੇ ਹੱਥ ਰੱਖ ਲਓ। ਇਹ ਬਾਜ ਦੀ ਤਸਵੀਰ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ। ਇਹ ਬਾਜ ਜਿਹੜਾ ਹੈਗਾ ਜਿੱਤ ਦਾ ਪ੍ਰਤੀਕ ਬਾਜ ਹੈਗਾ। ਅੱਜ ਖਾਲਸੇ ਇੱਥੇ ਬਾਜ ਲੈ ਕੇ ਪਹੁੰਚੇ ਨੇ ਤੇ ਸੁਨੇਹਾ ਦੇ ਰਹੇ ਨੇ ਹਕੂਮਤਾਂ ਨੂੰ ਕਿ ਜਿਹੜਾ ਇਹ ਬਾਜ ਆ ਇਹ ਜਿੱਤ ਲੈ ਕੇ ਜਾਵੇਗਾ। ਹੁਣ ਅਸੀਂ ਇਸ ਬਾਜ ਤੋਂ ਸਿੱਖਿਆ ਲੈ ਕੇ ਆਏ ਆ ਕਿ ਦਸ਼ਮ ਪਿਤਾ ਜੀ ਤੁਹਾਡਾ ਆਸ ਓਟ ਜਿਹੜੀ ਹੈਗੀ ਲੈ ਕੇ ਜਾ ਰਹੇ ਆ ਕਿ ਸਾਡੇ ਜਿੱਤ ਵਿੱਚ, ਸੰਘਰਸ਼ ਵਿੱਚ ਜਿੱਤ ਹੋਵੇ ਤੇ ਹਕੂਮਤਾਂ ਨੂੰ ਮੂੰਹ ਦੀ ਖਾਣੀ ਪਵੇ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਕੁਚਲਣ, ਤਾਰੋ ਪੀੜ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ। ਕੁੰਡਲੀ ਬਾਰਡਰ ਤੇ ਖੜੇ ਔਰ ਕਿਸਾਨੀ ਸੰਘਰਸ਼ ਦੇ ਵੱਖ-ਵੱਖ ਰੰਗ ਤੁਹਾਨੂੰ ਵਿਖਾ ਰਹੇ ਹਾਂ। ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾਉਂਦੇ ਹਾਂ। ਪਿੱਛੇ ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਦੇ ਵੱਲੋਂ ਪੱਕੇ ਮੋਰਚੇ ਜਿਸ ਤਰੀਕੇ ਨਾਲ ਲਗਾਏ ਗਏ ਨੇ, ਕਿਉਂਕਿ ਜੰਗਲ ਦੇ ਵਿੱਚ ਮੰਗਲ ਇੱਕ ਤਰੀਕੇ ਨਾਲ ਕਿਸਾਨਾਂ ਦੇ ਵੱਲੋਂ ਲਗਾਇਆ ਗਿਆ। ਔਰ ਇੱਥੇ ਸੜਕ ਦੇ ਕੰਢੇ ਇੱਥੇ ਮੱਛਰਦਾਨੀ ਲਗਾਈ ਗਈ ਹੈ, ਗੱਦੇ ਅੰਦਰ ਵਿਛਾਏ ਗਏ ਨੇ, 25-30 ਬੰਦਿਆਂ ਦੇ ਸੌਣ ਦਾ ਪ੍ਰਬੰਧ, ਔਰ ਨਾਲ ਦੀ ਨਾਲ ਇੱਥੇ ਰਸਦ ਰੱਖ ਕੇ ਰਾਸ਼ਨ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ। ਜਿਹੜੇ ਲੋਕ ਵੀ ਇੱਥੇ ਆਉਂਦੇ ਨੇ ਨਾ ਸਿਰਫ ਕਿਸਾਨਾਂ ਦੇ ਵਾਸਤੇ ਬਲਕਿ ਜਿੰਨੇ ਵੀ ਜਿਹੜੇ ਰਾਹਗੀਰ ਇੱਥੋਂ ਆਉਂਦੇ ਜਾਂਦੇ ਨੇ ਉਹ ਵੀ ਇੱਥੋਂ ਲੰਗਰ ਪ੍ਰਸ਼ਾਦਾ ਛਕ ਕੇ ਜਾਂਦੇ ਨੇ। ਸੋ ਲੰਗਰਾਂ ਦਾ ਪ੍ਰਬੰਧ ਜਿਹੜਾ ਲਗਾਤਾਰ ਚੱਲ ਰਿਹਾ ਔਰ ਬੜੇ ਪੂਰੀ ਤਿਆਰੀ ਦੇ ਨਾਲ ਕਿਸਾਨ ਜਿਹੜੇ ਇੱਥੇ ਆ ਕੇ ਡਟੇ ਹੋਏ ਨੇ। ਔਰ ਦੂਸਰੇ ਪਾਸੇ ਤੁਹਾਨੂੰ ਇੱਕ ਹੋਰ ਤਸਵੀਰ ਵਿਖਾਉਣ ਜਾ ਰਹੇ ਹਾਂ ਕਿ ਕਿਸਾਨ ਜਿੱਥੇ ਕਿਤੇ ਵੀ ਜਾਂਦੇ ਨੇ ਕਿਸਾਨੀ ਦੇ ਨਾਲ 9 ਮਾਸ ਦਾ ਰਿਸ਼ਤਾ। ਔਰ ਇੱਥੇ ਜੋ ਸਾਨੂੰ ਖਬਰ ਮਿਲੀ ਸੀ ਕਿ ਇੱਥੇ ਕੁਝ ਕਿਸਾਨਾਂ ਦੇ ਵੱਲੋਂ ਸਬਜ਼ੀਆਂ ਦੀ ਬਿਜਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਧਰਨੇ ਦੇ ਦੌਰਾਨ ਹੀ ਲਸਣ ਬੀਜਿਆ ਜਾ ਰਿਹਾ ਹੈ। ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਭਾਈ ਸਾਹਿਬ ਇੱਥੇ ਲਸਣ ਦੀ ਬਿਜਾਈ ਕਰ ਰਹੇ ਨੇ ਕਿ ਕੀ ਕੁਝ ਉਹਨਾਂ ਦੇ ਮਨ ਦੇ ਵਿੱਚ ਚੱਲ ਰਿਹਾ। ਔਰ ਖਾਸ ਤੌਰ ਤੇ ਜਿਵੇਂ ਅਸੀਂ ਪਹਿਲਾਂ ਆਖਿਆ ਕਿ ਕਿਸਾਨ ਜਿੱਥੇ ਕਿਤੇ ਵੀ ਹੋਵੇ ਕਿਸਾਨੀ ਦੇ ਨਾਲ 9 ਮਾਸ ਦਾ ਰਿਸ਼ਤਾ ਹੈ। ਔਰ ਕਿਉਂਕਿ ਕਿਸਾਨੀ ਦੇ ਨਾਲ ਜੁੜਿਆ ਹੋਇਆ ਮਸਲਾ ਹੈ, ਜਿਸ ਮਸਲੇ ਨੇ ਪੂਰੇ ਪੰਜਾਬ ਨੂੰ ਦਿੱਲੀ ਦੀ ਜੂਹ ਤੇ ਲਿਆ ਕੇ ਆ ਬਿਠਾਇਆ। ਔਰ ਹੁਣ ਇੱਥੇ ਲਸਣ ਦੀ ਬਿਜਾਈ ਕੀਤੀ ਜਾ ਰਹੀ ਹੈ। ਕੀ ਨਾਮ ਹੈ ਭਾਈ ਤੁਹਾਡਾ, ਕਿਹੜੇ ਪਿੰਡ ਤੋਂ ਆਏ ਹੋ? ਹਰਜਿੰਦਰ ਸਿੰਘ, ਪਿੰਡ ਸੈਦੋਵਾਲ, ਜ਼ਿਲ੍ਹਾ ਵਿਰਾਸਤੀ ਸ਼ਹਿਰ ਕਪੂਰਥਲਾ ਜੀ। ਹਰਜਿੰਦਰ ਜੀ, ਲਸਣ ਦੀ ਬਿਜਾਈ ਕਰ ਰਹੇ ਹੋ, ਕੀ ਸੋਚ ਕੇ ਇੱਥੇ ਇਹ ਜਿਹੜੀ ਬਿਜਾਈ ਕੀਤੀ ਜਾ ਰਹੀ ਹੈ? ਕਿ ਅਗਲੇ ਦਿਨਾਂ ਦੇ ਵਿੱਚ ਹੋਰ ਪੱਕੇ ਡੇਰੇ ਲਾਉਣ ਦਾ ਪ੍ਰਬੰਧ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਅਗਲਾ ਪ੍ਰਬੰਧ ਜਿਹੜਾ ਆਪਣਾ ਕਰ ਰਹੇ ਹੋ? ਕਿ ਹੁਣ ਤਾਂ ਜਿਹੜਾ ਰਾਸ਼ਨ ਪਾਣੀ ਬਣ ਰਿਹਾ, ਅਗਲੇ ਦਿਨਾਂ ਦੀ ਤਿਆਰੀ ਚੱਲ ਰਹੀ ਹੈ ਸਾਰੀ? ਜਿਵੇਂ ਕਿਸਾਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਉਹ ਤੋਂ ਕੋਈ ਸਿੱਟਾ ਨਿਕਲਦਾ ਨਹੀਂ ਨਜ਼ਰ ਆ ਰਿਹਾ। ਇਸ ਕਰਕੇ ਅਸੀਂ ਹੁਣ ਇਹ ਤਹਈਆ ਕਰ ਲਿਆ ਵੀ ਪੱਕੇ ਡੇਰੇ ਲਾਵਾਂਗੇ। 4 ਮਹੀਨੇ ਲੱਗ ਜਾਣ, 6 ਮਹੀਨੇ ਲੱਗ ਜਾਣ, ਕੱਲ ਨੂੰ ਖਤਮ ਹੋ ਜਾਵੇ, ਉਹਨਾਂ ਚਿਰ ਜਾਣਾ ਨਹੀਂ ਜਿੰਨਾ ਚਿਰ ਬਿੱਲ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ।
ਤੇ ਅਸੀਂ ਆਪਣੀਆਂ ਲਸਣ ਬੀਜਣਾ ਸ਼ੁਰੂ ਕਰਤਾ, ਪਾਲਕ ਧਨੀਆ ਵਗੈਰਾ ਸਾਰਾ ਕੁਝ ਇੱਥੇ ਕਰਨਾ ਸ਼ੁਰੂ ਕਰਤਾ। ਰਾਸ਼ਨ ਅਸੀਂ ਆਲਰੇਡੀ 2-3 ਮਹੀਨੇ ਦਾ ਲੈ ਆਏ ਆ ਤੇ ਪਿੱਛੋਂ ਨਾਲੋਂ ਨਾਲ ਸਾਨੂੰ ਰਾਸ਼ਨ ਵੀ ਆ ਰਿਹਾ ਪਿੰਡ ਤੋਂ। ਦਾਤਾ ਕਿਸਾਨ ਆਪਣੀ ਪੈਦਾਵਾਰ ਕਰਕੇ ਖੁਦ ਖਾਏਗਾ। ਇਸ ਬੱਚੇ ਨਾਲ ਵੀ ਗੱਲ ਕਰ ਲੈਂਦੇ ਆ। ਕੀ ਨਾਮ ਹੈ ਤੁਹਾਡਾ ਬੇਟਾ, ਕੀ ਕਹਿਣਾ ਚਾਹੁੰਦੇ ਹੋ? ਮਨਜੀਤ ਜੀ। ਮਨਜੀਤ, ਤੁਸੀਂ ਵੀ ਸੈਦੋਵਾਲ ਤੋਂ ਆਏ ਹੋ? ਹਾਂਜੀ। ਅੱਛਾ, ਲਸਣ ਦੀ ਬਿਜਾਈ ਕਰ ਰਹੇ ਹੋ, ਤੁਹਾਨੂੰ ਪਤਾ ਹੈ ਕਿ ਇਸ ਵਕਤ ਜਿਹੜਾ ਮਾਹੌਲ ਹੈ, ਜਿਸ ਸੰਘਰਸ਼ ਦਾ ਤੁਸੀਂ ਹਿੱਸਾ ਬਣੇ, ਕੁਝ ਸਮਝ ਰੱਖਦੇ ਹੋ ਥੋੜੀ ਬਹੁਤੀ? ਹਾਂਜੀ। ਆ ਕਿਸਾਨ ਜੀ ਹੱਕ ਲੈਣ ਆਏ ਜੀ, ਹੱਕ ਲੈ ਕੇ ਮੁੜਨਗੇ ਜੀ। ਹੱਕ ਲੈ ਕੇ ਮੁੜਨਗੇ, ਹਾਂਜੀ। ਠੀਕ ਹੈ। ਤਾਂ ਗੱਲ ਉਹੀ ਹੈ ਜਿਹੜੀ ਅਸੀਂ ਵਾਰ-ਵਾਰ ਕਹਿ ਰਹੇ ਹਾਂ, ਵਾਰ-ਵਾਰ ਦਿਖਾ ਰਹੇ ਹਾਂ, ਜਿਹੜੀ ਆਵਾਜ਼ ਬਾਰ-ਬਾਰ ਕਿਸਾਨਾਂ ਦੇ ਵੱਲੋਂ ਉਠਾਈ ਜਾ ਰਹੀ ਹੈ ਕਿ ਹੱਕ ਲੈਣ ਵਾਸਤੇ ਆਏ ਹਾਂ ਔਰ ਹੱਕ ਲੈ ਕੇ ਜਾਵਾਂਗੇ। ਔਰ ਜਦ ਤੱਕ ਹੱਕ ਨਹੀਂ ਮਿਲਦਾ ਇਹ ਸੰਘਰਸ਼ ਇਸੇ ਤਰੀਕੇ ਨਾਲ ਚੱਲਣ ਵਾਲਾ। ਕੈਮਰਾ ਪਰਸਨ ਗਰੁੱਪ ਦੇ ਨਾਲ ਪਤਰਾ ਸਿੰਘ, ਪੀਟੀਸੀ ਨਿਊਜ਼, ਕੁੰਡਲੀ ਬਾਰਡਰ। ਕੁੰਡਲੀ ਔਰ ਸਿੰਘੂ ਬਾਰਡਰ ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। 16ਵੇਂ ਦਿਨ ਦੇ ਵਿੱਚ ਇਹ ਸੰਘਰਸ਼ ਦਾਖਲ ਹੋ ਚੁੱਕਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਲਗਾਤਾਰ ਕਿਸਾਨ ਪਹੁੰਚ ਰਹੇ ਨੇ ਔਰ ਗੁਆਂਢੀ ਸੂਬਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਔਰ ਵੱਖ-ਵੱਖ ਵਰਗਾਂ ਨਾਲ ਜੁੜੇ ਲੋਕ ਇੱਥੇ ਲਗਾਤਾਰ ਪਹੁੰਚਦੇ ਨਜ਼ਰ ਆ ਰਹੇ ਨੇ। ਜਦੋਂ ਤੁਸੀਂ ਇਸ ਬਾਰਡਰ ਵੱਲ ਆਉਂਦੇ ਹੋ, ਸੋਨੀਪਤ ਤੋਂ ਜਦੋਂ ਕੁੰਡਲੀ ਵੱਲ ਨੂੰ ਜਾਂਦੇ ਹੋ, ਤਾਂ ਰਸਤੇ ਦੇ ਵਿੱਚ ਇੱਕ ਕਾਲੇ ਰੰਗ ਦੀ ਜ਼ੈਲੋ ਗੱਡੀ ਖੜੀ ਨਜ਼ਰ ਆਉਂਦੀ ਹੈ, ਜਿਸ ਦੇ ਉੱਤੇ ਲਿਖਿਆ ਹੈ 1 ਮੈਨ ਟੀਮ ਔਰ ਤੁਹਾਡੇ ਵਾਸਤੇ ਡਾਕਟਰੀ ਸੇਵਾ ਇੱਥੇ ਮੁਫਤ ਵਿੱਚ ਮੁਹੱਈਆ ਹੈ। ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ। ਰਾਜਸਥਾਨ ਦੇ ਇੱਕ ਡਾਕਟਰ ਨੇ, ਐਸਐਮਓ ਲੈਵਲ ਦੇ ਜਿਹੜੇ ਅਧਿਕਾਰੀ ਨੇ, ਉਹ ਇੱਥੇ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਧਰਨੇ ਦੇ ਵਿੱਚ, ਅੰਦੋਲਨ ਦੇ ਵਿੱਚ ਸ਼ਾਮਲ ਲੋਕਾਂ ਨੂੰ ਮੁਫਤ ਦੇ ਵਿੱਚ ਸਿਹਤ ਸੇਵਾਵਾਂ ਦੇਣ ਦੇ ਵਾਸਤੇ। ਇਕੱਲੇ ਘਰੋਂ ਨਿਕਲੇ ਨੇ, ਦਵਾਈਆਂ ਨਾਲ ਗੱਡੀ ਭਰੀ ਹੈ ਔਰ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ, ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਿਹਤ ਸੇਵਾਵਾਂ ਡਾਕਟਰ ਸਾਹਿਬ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ। ਗੱਡੀ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਦਿੰਦੇ ਹਾਂ। ਡਾਕਟਰ ਸਾਹਿਬ ਵਿੱਚ ਮੌਜੂਦ ਨੇ, ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਇਹਨਾਂ ਕੋਲ ਮੌਜੂਦ ਨੇ। ਰਾਜਸਥਾਨ ਦੇ ਉਦੈਪੁਰ ਦੇ ਐਸਐਮਓ ਹੈਗੇ ਨੇ ਔਰ ਖਾਸ ਗੱਲ ਇਹ ਹੈ ਕਿ ਅੰਦੋਲਨ ਦੇ ਵਿੱਚ ਆਉਣਾ ਸੀ, ਵਿਭਾਗ ਦੇ ਵੱਲੋਂ ਛੁੱਟੀ ਨਹੀਂ ਮਿਲੀ ਤਾਂ ਡਾਕਟਰ ਸਾਹਿਬ ਅਸਤੀਫਾ ਦੇ ਕੇ ਇੱਥੇ ਪਹੁੰਚ ਗਏ। ਇਸ ਨੂੰ ਤੁਸੀਂ ਕਿੱਡਾ ਵੱਡਾ ਜਜ਼ਬਾ ਕਹਿ ਸਕਦੇ ਹੋ ਅੰਦੋਲਨ ਦੇ ਪ੍ਰਤੀ ਔਰ ਮਨੁੱਖਤਾ ਦੇ ਪ੍ਰਤੀ ਕਿ ਡਾਕਟਰ ਸਾਹਿਬ ਆਪਣਾ ਸਭ ਕੁਝ ਤਿਆਗ ਕੇ ਇਸ ਅੰਦੋਲਨ ਦੇ ਵਿੱਚ ਆ ਕੁੱਦ ਨੇ। ਡਾਕਟਰ ਅਸ਼ੋਕ ਸ਼ਰਮਾ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਪਹਿਲਾਂ ਤਾਂ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਔਰ ਬੜਾ ਸਲੂਟ ਹੈ ਤੁਹਾਡੇ ਇਸ ਜਜ਼ਬੇ ਨੂੰ, ਕੀ ਕਹਿੰਦੇ ਹੋ? नहीं, मेरे लिए तो मैं तो इसको एक नॉर्मल चीज़ समझता हूँ जो मुझे करनी चाहिए थी। मेरे हिसाब से मेरे तरफ से कोई महान काम नहीं है। मैं तो इसको जो सब हर एक इंसान को करना चाहिए वो समय पे वो मैंने किया है। ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋਗੇ, ਜਿਵੇਂ ਮੈਂ ਸ਼ੁਰੂ ਦੇ ਵਿੱਚ ਆਖਿਆ ਕਿ ਐਸਐਮਓ ਤੁਸੀਂ ਸੀਗੇ ਉਦੈਪੁਰ, ਛੁੱਟੀ ਨਹੀਂ ਮਿਲੀ, ਉਸ ਤੋਂ ਬਾਅਦ ਤੁਸੀਂ ਵੀਆਰਐਸ ਲੈ ਕੇ ਆ ਗਏ, ਥੋੜਾ ਦੱਸੋ। मैंने मेरे जो CL एप्लीकेशन दी वहाँ पे CMHO को, मेरी छुट्टियाँ बाकी थी। कोरोना काल में मैंने बहुत काम किया था, तो मैंने उसमें रीज़न लिख दिया कि मैं किसान आंदोलन में किसानों की, अन्नदाता की सेवा करने के लिए या उनको निःशुल्क इलाज करने के लिए अपनी तरफ से दवाइयाँ लेके जाना चाहता हूँ। इसलिए मेरे को CL दी जाए 5 दिन की। तो उन्होंने कहा इसका ये जो रीज़न है, ये रीज़न हमें समझ में नहीं आ रहा, आप केवल CL एप्लीकेशन दो कि बीमार हैं या पेट में दर्द है या इस तरह की CL एप्लीकेशन दो, इस रीज़न पे हम कुछ नहीं कर सकते हैं। न तो उन्होंने हाँ किया ना किया और 3 दिन तक मुझे लटकाए रखा। फिर उस एप्लीकेशन को आगे जयपुर फॉरवर्ड कर दिया, लेकिन मेरे को छुट्टी नहीं दी। तो फिर हमने VRS अप्लाई कर दिया, स्वैच्छिक सेवानिवृत्ति जो होती है, हमने VRS अप्लाई कर दिया और 9 तारीख को सुबह 4 बजे हम गाड़ी लेकर दवाइयाँ लेके निकल गए। ਕਿਹੜੀ ਐਸੀ ਚੀਜ਼ ਸੀ, ਕਿਹੜੀ ਐਸੀ ਗੱਲ ਸੀ ਜਿਸ ਨੇ ਡਾਕਟਰ ਅਸ਼ੋਕ ਸ਼ਰਮਾ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਸਿੰਘੂ ਪਹੁੰਚੋ? ਕਿਹੜੀ ਗੱਲ ਸੀ? नहीं, मेरे को ये चीज़ बड़ी चोट पहुंचा रही थी, जो बार बार इस तरह के जो आरोप लग रहे थे कि ये तो केवल पंजाब का आंदोलन है, ये तो केवल सिखों का आंदोलन है, ये तो केवल हरियाणा के थोड़े बहुत और एरिया का आंदोलन है। तो जब आप इस किसान के जो बिल है इसको पढ़ेंगे या कोई और चीज़ पढ़ेंगे तो आपको सारा समझ में आ जाएगा कि आंदोलन क्यों हो रहा है, क्या रीज़न हो रहा है। ये बात ज़रूर है कि पंजाब ने, इसके युवाओं ने, किसानों ने इसकी शुरुआत की, तो मैं खुद इसको समझ रहा था कि ये गलत चीज़ फैलाई जा रही है। तो मेरी इच्छा हुई कि मैं खुद वहाँ जाके इस चीज़ को, राजस्थान में भी मैसेज जाएगा कि वहाँ पे क्या हो रहा है, मैं हकीकत बताऊंगा राजस्थान को कि वास्तव में सिंधु बॉर्डर पे क्या हो रहा है। राजस्थान के किसानों को भी ये मैसेज जाएगा कि सिंधु बॉर्डर पे क्या हो रहा है और ये तुम्हारे सबके लिए है। ਸਾਡੇ ਮਾਧਿਅਮ ਦੇ ਰਾਹੀਂ ਜੋ ਲੋਕ ਇਸ ਸੰਘਰਸ਼ ਦੇ ਵਿੱਚ ਆ ਰਹੇ ਨੇ, ਉਹਨਾਂ ਨੂੰ ਸੁਨੇਹਾ ਤੁਹਾਡੇ ਵੱਲੋਂ ਕਿ ਸਿਹਤ ਸੇਵਾਵਾਂ ਨੂੰ ਲੈ ਕੇ ਕਿ ਇੱਥੇ ਡਾਕਟਰ ਸਾਹਿਬ ਦੀ ਗੱਡੀ ਹੈਗੀ ਹੈ, ਕਿਸੇ ਤਰ੍ਹਾਂ ਦੀ ਕੋਈ ਸਿਹਤ ਦੀ ਕੋਈ ਹੈਲਪ ਦੀ ਜ਼ਰੂਰਤ ਹੈ, ਇੱਥੇ ਪਹੁੰਚੋ, ਕੀ ਕਹਿਣਾ ਚਾਹੁੰਦੇ? ਜਿਹੜੇ ਲੋਕ ਇੱਥੇ, ਹੋ ਸਕਦਾ ਬਹੁਤੇ ਲੋਕਾਂ ਨੂੰ ਪਤਾ ਵੀ ਨਾ ਹੋਵੇ ਤੁਸੀਂ ਇੱਥੇ ਮੌਜੂਦ ਹੋ, ਕੀ ਕਹਿਣਾ ਚਾਹੁੰਦੇ? नहीं, यहाँ पे मैंने जो देखा है मेडिकल फैसिलिटी गुरुद्वारा कमेटी की तरफ से, रेड क्रॉस सोसाइटी की तरफ से भी मौजूद है और अकाल उसकी तरफ से भी मौजूद है। और मैं भी चाहूँगा कि जो भी हैं
साधारण बीमारी बीपी शुगर इनकी भी दवाइयाँ मेरे पास हैं, सर्दी खांसी जुकाम इनकी दवाइयाँ भी मेरे पास हैं, जितना मैं हो सके। और दवाएँ यदि ख़त्म भी हो जाएंगी तो मैं इस तरह से फंड लेके आया हूँ कि यहाँ से कहीं से दवाई खरीद के और आगे दे सकूँ। ਸਾਡੇ ਵੱਲੋਂ ਤਾਂ ਸਲੂਟ ਹੈ ਡਾਕਟਰ ਸਾਹਿਬ ਦੇ ਇਸ ਜਜ਼ਬੇ ਨੂੰ, ਔਰ ਇਹ ਸਾਰੀਆਂ ਤਸਵੀਰਾਂ, ਇਹ ਸਾਰੀਆਂ ਗੱਲਾਂ ਜਵਾਬ ਨੇ ਉਹਨਾਂ ਸਾਰੇ ਲੋਕਾਂ ਦੇ ਵਾਸਤੇ ਜਿਹੜੇ ਇਸ ਅੰਦੋਲਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ, ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਨੇ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਾ ਸਮਸੀ, ਕੁੰਡਲੀ ਬਾਰਡਰ।